ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 6017972354। ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਸ ਅਤੇ ਫੈਕਟਰੀ ਆਊਟਲੈਟ ਤੋਂ 2 ਮਿੰਟ ਦੀ ਡਰਾਈਵ ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ ਮਾਡਲ ਟਾਊਨ ਪੁੱਚੋ, ਜੋ ਬਠਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ। ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ। ਮਾਡਲ ਟਾਊਨ ਪੁੱਚੋ ਵਿੱਚ ਪਲਾਟ ਲੈਣ ਲਈ ਸੰਪਰਕ ਕਰੋ 9988333600। ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਸ਼ਮਾਦਾਨ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਦੋਸਤੋ ਤੁਹਾਡਾ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਮੈਂ ਜਸਪ੍ਰੀਤ ਸਿੰਘ ਹੁਣ ਆਪ ਸਭ ਜੀ ਦੇ ਅੱਗੇ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ। ਅਤੇ ਇਸ ਵਾਰ ਅਸੀਂ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ ਦੇ ਨਾਲ, ਜੋ ਖਬਰਾਂ ਦੇ ਉੱਪਰ ਜਿਹੜੀ ਹੈ ਆਪਣੇ ਵਿਚਾਰ ਦੇਣਗੇ, ਸਾਡੇ ਨਾਲ ਚਰਚਾ ਕਰਨਗੇ ਅਤੇ ਬਹੁਤ ਸਾਰੀ ਖਾਸ ਜਾਣਕਾਰੀ ਸਾਡੇ ਸਾਹਮਣੇ ਲਿਆਉਣਗੇ। ਸਭ ਤੋਂ ਪਹਿਲਾਂ ਤਾਂ ਅਸੀਂ ਸਵਾਗਤ ਕਰਦੇ ਹਾਂ ਬਖਤੌਰ ਸਿੰਘ ਢਿੱਲੋਂ ਜੀ ਦਾ ਸਟੂਡੀਓ ਪਹੁੰਚਣ 'ਤੇ। ਜੀ ਸਵਾਗਤ ਹੈ ਬਖਤੌਰ ਸਿੰਘ ਜੀ। ਧੰਨਵਾਦ ਜੀ। ਸੋ ਹੁਣ ਵੱਧਦੇ ਹਾਂ ਜੀ ਖਬਰਾਂ ਵੱਲ। ਅਤੇ ਖਬਰ ਹੈ ਕਿ CBI ਨੂੰ ਮਿਲਿਆ ਨਵਾਂ ਚੀਫ
ਪ੍ਰਬੋਧ ਕੁਮਾਰ ਜੈਸਵਾਲ। ਸੋ ਦੱਸੋ ਜੀ ਜਰਾ ਇਸ ਬਾਰੇ, ਕੌਣ ਨੇ ਇਹ ਤੇ ਕਿੱਥੋਂ ਨੇ? ਬਿਲਕੁਲ, ਜੇ ਅਸੀਂ CBI ਦੀ ਦੇਖੀਏ ਤਾਂ CBI ਫਰਵਰੀ ਮਹੀਨੇ ਤੋਂ CBI ਦਾ ਕੋਈ ਚੀਫ ਨਹੀਂ ਹੈ ਜੀ। ਇਹ ਅਸਾਮੀ ਖਾਲੀ ਪਈ ਸੀ। ਜਿਹੜੇ ਨੰਬਰ 2 ਸੀ ਉਹ ਐਕਟਿੰਗ ਚੀਫ ਦੇ ਤੌਰ 'ਤੇ ਕੰਮ ਕਰਦੇ ਸੀ। ਜਿਹੜੀ ਨਿਯੁਕਤੀ ਹੁੰਦੀ ਹੈ, ਨਿਯੁਕਤੀ ਹੁਣ ਅੱਗੇ ਵਾਲੇ ਹਿਸਾਬ 'ਚ ਨਹੀਂ ਹੁੰਦੀ ਕਿ ਸਰਕਾਰ ਜਿਹਨੂੰ ਮਰਜ਼ੀ ਹੈ ਨਿਯੁਕਤੀ ਕਰ ਸਕਦੀ ਸੀ। ਹੁਣ ਉਵੇਂ ਨਹੀਂ, ਹੁਣ ਇੱਕ ਫਰੇਮਵਰਕ ਬਣਿਆ ਹੋਇਆ, ਉਸ ਫਰੇਮਵਰਕ ਦੇ ਮੁਤਾਬਕ ਹੀ ਨਿਯੁਕਤੀ ਕਰਨੀ ਪੈਂਦੀ ਹੈ। ਉਹ ਫਰੇਮਵਰਕ ਜਿਹੜਾ ਹੈਗਾ ਉਹ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ, CBI ਚੀਫ ਦੀ ਨਿਯੁਕਤੀ ਵਾਸਤੇ ਦੇਸ਼ ਦਾ ਪ੍ਰਧਾਨ ਮੰਤਰੀ, ਦੇਸ਼ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਔਰ ਵਿਰੋਧੀ ਧਿਰ ਦਾ ਜਿਹੜਾ ਆਗੂ ਹੈ, ਉਹ 3 ਬੰਦੇ ਉਹਦੇ ਵਿੱਚ ਹੋਣੇ ਚਾਹੀਦੇ ਜੀ। ਜੇ ਇਸ ਵੇਲੇ ਅਸੀਂ ਦੇਖੀਏ ਤਾਂ ਵਿਰੋਧੀ ਧਿਰ ਦਾ ਆਗੂ ਕੋਈ ਨਹੀਂ, ਲੇਕਿਨ ਕਿਉਂਕਿ ਵਿਰੋਧੀ ਧਿਰ ਦਾ ਆਗੂ ਹੋਣ ਵਾਸਤੇ ਜਿਹੜੀ ਟੋਟਲ ਸਟਰੈਂਥ ਹੈ ਪਾਰਲੀਮੈਂਟ ਦੀ, ਉਹਦੇ 10% ਮੈਂਬਰਸ਼ਿਪ ਉਹਨਾਂ ਦੇ ਕੋਲੇ, 10% ਮੈਂਬਰ ਉਹਨਾਂ ਕੋਲੇ ਹੋਣੇ ਚਾਹੀਦੇ ਹੈ, ਤਾਂ ਵਿਰੋਧੀ ਧਿਰ ਦੇ ਆਗੂ ਦਾ ਰੁਤਬਾ ਮਿਲਦਾ ਹੈ। ਤੇ ਵਿਰੋਧੀ ਧਿਰ ਦੇ ਆਗੂ ਦਾ ਜਿਹੜਾ ਰੁਤਬਾ ਹੈ ਉਹ ਕੈਬਨਿਟ ਮਿਨਿਸਟਰ ਦੇ ਬਰਾਬਰ ਹੈ। ਲੇਕਿਨ ਕਾਂਗਰਸ ਪਾਰਟੀ ਨੂੰ ਜਿੰਨੇ ਮੈਂਬਰ ਚਾਹੀਦੇ ਸੀ ਵਿਰੋਧੀ ਧਿਰ ਦਾ ਆਗੂ ਬਣਨ ਵਾਸਤੇ, ਉਹਨੇ ਹਾਸਲ ਨਹੀਂ ਕੀਤੇ। ਸਭ ਤੋਂ ਵੱਡੀ ਪਾਰਟੀ ਕਾਂਗਰਸ ਪਾਰਟੀ ਹੈ, ਇਸ ਕਰਕੇ ਫਲੋਰ ਦੇ ਉੱਤੇ ਹਾਊਸ ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਹੈ ਉਹਨੂੰ ਹੀ ਇਹ ਅਧਿਕਾਰ ਹੈ ਕਿ ਉਹ ਇਸ ਕਮੇਟੀ 'ਚ ਬੈਠ ਸਕਦੀ ਹੈ। ਸੋਮਵਾਰ ਦੀ ਸ਼ਾਮ ਨੂੰ ਇੱਕ ਮੀਟਿੰਗ ਹੁੰਦੀ ਹੈ ਪ੍ਰਾਈਮ ਮਿਨਿਸਟਰ ਦੀ ਰਿਹਾਇਸ਼ ਦੇ ਉੱਤੇ, ਔਰ ਉੱਥੇ ਇੱਕ ਜਿਹੜੀ ਹੈਗੀ ਹੈ ਪਰਸੋਨਲ ਐਂਡ ਟ੍ਰੇਨਿੰਗ ਡਿਪਾਰਟਮੈਂਟ, ਉਹਨਾਂ ਦੇ ਵੱਲੋਂ ਇੱਕ ਲਿਸਟ ਪੇਸ਼ ਕੀਤੀ ਜਾਂਦੀ ਹੈ ਕਿ ਦੇਸ਼ ਦੇ ਆਹ ਸੀਨੀਅਰ ਪੁਲਿਸ ਅਫਸਰ ਹੈ, ਇਹਨਾਂ ਦੇ ਵਿੱਚੋਂ ਤੁਸੀਂ ਜਿਹੜੀ ਹੈਗੀ ਹੈ ਕੋਈ ਚੋਣ ਕਰ ਲਓ। ਤਾਂ ਜਦੋਂ ਚੋਣ ਵਾਸਤੇ ਗੱਲ ਆਈ ਤੇ ਨੰਬਰ 1 ਦੇ ਉੱਤੇ ਦੇਖਿਆ ਕਿਹਦਾ ਨਾਂ ਹੈ, ਉਹਦੇ ਉੱਤੇ ਨੰਬਰ 1 ਦੇ ਉੱਤੇ ਲਿਖਿਆ ਹੋਇਆ ਜੀ BSF ਦੇ ਚੀਫ ਮਿਸਟਰ ਰਾਕੇਸ਼ ਅਸਥਾਨਾ ਜੀ। ਨੰਬਰ 2 ਦੇ ਉੱਤੇ ਲਿਖਿਆ ਹੋਇਆ ਨੈਸ਼ਨਲ ਇਨਵੈਸਟੀਗੇਸ਼ਨ ਦੇ ਚੀਫ ਮਿਸਟਰ YC ਮੋਦੀ ਜੀ। ਉਹ ਤੋਂ ਅਗਾਂਹ ਹੇਠਾਂ ਹੋਰ ਲਿਖੇ ਹੋਏ ਹੈ। ਅਜੇ ਪ੍ਰਧਾਨ ਮੰਤਰੀ ਨੇ ਕੁਛ ਬੋਲਣਾ ਸੀ ਤੇ ਉਹ ਤੋਂ ਪਹਿਲਾਂ ਸਾਰੇ ਕਾਗਜ਼ ਪੱਤਰ ਰਿਕਾਰਡ ਹੈ ਜਿਹੜਾ ਉਹ ਚੀਫ ਜਸਟਿਸ ਸਾਹਿਬ ਨੇ ਦੇਖ ਲਿਆ। ਚੀਫ ਜਸਟਿਸ ਤੁਹਾਨੂੰ ਪਤਾ ਹੈ ਵੀ ਸਾਡੇ ਇਸ ਵੇਲੇ ਨਵੇਂ ਬਣੇ ਹੈ, ਰਮੰਨਾ ਸਾਹਿਬ, NV ਰਮੰਨਾ। ਔਰ ਇਹਨਾਂ ਨੂੰ ਮੰਨਿਆ ਗਿਆ ਹੁਣ ਤੱਕ ਦੀ ਜਿਹੜੀ ਇਹਨਾਂ ਦੀ ਪਰਫਾਰਮੈਂਸ ਹੈ ਕਿ ਬੜੇ ਅਪਰਾਈਟ ਚੀਫ ਜਸਟਿਸ ਹੈ। ਅੱਛਾ ਜੀ। ਔਰ ਇਹਨਾਂ ਨੇ ਜਦੋਂ ਕਾਗਜ਼ ਚੱਕੇ ਤੇ ਕਾਗਜ਼ ਚੱਕਣ ਤੋਂ ਬਾਅਦ ਇਹਨਾਂ ਨੇ ਕਹਿ ਦਿੱਤਾ ਜੀ ਆਹ 2 ਬੰਦੇ ਤਾਂ ਜਿਹੜੇ ਉੱਪਰ ਨੰਬਰ 1 ਔਰ 2 ਤੇ ਇਹ ਡਿਜ਼ਰਵ ਨਹੀਂ ਕਰਦੇ, ਇਹ ਚੀਫ ਨਹੀਂ ਬਣ ਸਕਦੇ। ਅੱਛਾ ਜੀ। ਫਿਰ ਸਵਾਲ ਖੜਾ ਹੋ ਗਿਆ ਕਿ ਕਿਉਂ ਨਹੀਂ ਬਣ ਸਕਦੀ ਜੀ। ਤਾਂ ਉਹਨਾਂ ਨੇ ਫਿਰ ਇੱਕ ਸੁਪਰੀਮ ਕੋਰਟ ਦੇ ਹੁਕਮ ਦਾ ਹਵਾਲਾ ਦਿੱਤਾ, ਔਰ ਇਹ ਸੁਪਰੀਮ ਕੋਰਟ ਦਾ ਹੁਕਮ ਜਿਹੜਾ ਹੈਗਾ 2019 'ਚ ਹੋਇਆ ਸੀ, 2 ਸਾਲ ਪਹਿਲਾਂ। ਤੇ ਉਸ ਵੇਲੇ ਜਸਟਿਸ ਰੰਜਨ ਗੋਗੋਈ ਭਾਰਤ ਦੇ ਚੀਫ ਜਸਟਿਸ ਹੁੰਦੇ ਸੀ ਜੀ। ਹੁਣ ਜਿਹੜਾ ਉਹਨਾਂ ਨੇ ਉਹ ਫੈਸਲਾ ਦਿੱਤਾ, ਉਹ ਫੈਸਲਾ ਕੀ ਹੈ? ਇੱਕ ਬਹੁਤ ਨਾਮਵਰ ਪੁਲਿਸ ਅਫਸਰ ਹੋਏ ਆ ਸ਼੍ਰੀ ਪ੍ਰਕਾਸ਼ ਸਿੰਘ। ਅੱਛਾ ਜੀ। ਉਹ ਉੱਤਰ ਪ੍ਰਦੇਸ਼ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਹੁੰਦੇ ਸੀ ਜੀ। ਜਦੋਂ ਉਹ ਰਿਟਾਇਰ ਹੋ ਗਏ, ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ ਇਸ ਮੰਗ ਨੂੰ ਲੈ ਕੇ ਕਿ ਪੁਲਿਸ ਸੁਧਾਰ ਕੀਤੇ ਜਾਣ ਜੀ। ਪੁਲਿਸ ਦਾ ਰਾਜਨੀਤੀਕਰਨ ਜਿਹੜਾ ਹੈਗਾ ਉਹ ਬੰਦ ਹੋਵੇ, ਰਾਜਨੀਤਿਕ ਮਕਸਦ ਦੇ ਲਈ ਸਿਆਸਤਦਾਨ ਪੁਲਿਸ ਨੂੰ ਨਾ ਇਸਤੇਮਾਲ ਕਰ ਸਕਣ। ਇਹਦੇ ਲਈ ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਔਰ ਬਹੁਤ ਉਹਦੇ ਉੱਤੇ ਨਿੱਠ ਕੇ ਵਿਚਾਰ ਵਟਾਂਦਰਾ ਹੋਇਆ ਸੀ। ਉਸ ਪਟੀਸ਼ਨ ਤੋਂ ਬਾਅਦ ਇਹ ਫੈਸਲਾ ਹੋ ਗਿਆ ਸੀ ਕਿ ਕੋਈ ਵੀ ਜਿਹੜਾ ਹੈਗਾ ਪੁਲਿਸ ਚੀਫ, ਚਾਹੇ ਉਹ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ, ਚਾਹੇ ਉਹ CBI ਦਾ, ਚਾਹੇ ਉਹ ਇੰਟੈਲੀਜੈਂਸ ਬਿਊਰੋ ਦਾ ਹੈ, ਚਾਹੇ ਉਹ ਰਾਜ ਦਾ, ਚਾਹੇ ਉਹ ਕਿਸੇ ਸਟੇਟ ਦਾ DGP ਹੋਵੇ। ਅੱਛਾ ਜੀ। ਬੇਸ਼ੱਕ ਉਹ ਜਿਹੜੀਆਂ ਦੂਜੀਆਂ ਫੋਰਸਿਸ ਹੈਗੀਆਂ ਤੁਹਾਡੀਆਂ ਪੈਰਾਮਿਲਟਰੀ ਫੋਰਸਿਸ, ITBP ਆ ਗਈ, BSF ਆ ਗਈ, CRPF ਆ ਗਈ, ਜ਼ਿਲ੍ਹਿਆਂ ਦੇ ਜਿਹੜੇ SSP ਆ ਗਏ, ਥਾਣੇ ਦੇ SHO ਤੱਕ ਆ ਗਈ। ਅੱਛਾ ਜੀ। ਇਹਦੇ ਲਈ ਉਹਨਾਂ ਨੇ ਇੱਕ ਦਿਸ਼ਾ ਨਿਰਦੇਸ਼ ਜਾਰੀ ਕਰਤੇ ਸੀ ਸੁਪਰੀਮ ਕੋਰਟ ਦੇ ਉੱਤੇ ਕਿ ਜਿਸ ਬੰਦੇ ਨੂੰ ਤੁਸੀਂ ਇੱਕ ਵਾਰੀ ਨਿਯੁਕਤ ਕਰਤਾ ਉਹਨੂੰ ਘੱਟੋ ਘੱਟ 2 ਸਾਲ ਤੱਕ ਰਹਿਣਾ ਪਊਗਾ, ਉਹਨੂੰ ਤੁਸੀਂ 2 ਸਾਲਾਂ ਤੋਂ ਪਹਿਲਾਂ ਬਦਲ ਨਹੀਂ ਸਕਦੇ। ਲੇਕਿਨ ਕਿਉਂਕਿ ਆਮ ਤੌਰ ਦੇ ਉੱਤੇ ਵੀ ਜਿਹੜੇ ਕਾਨੂੰਨ ਹੁੰਦੇ ਆ, ਕਾਨੂੰਨਾਂ ਦੇ ਵਿੱਚ ਚੋਰ ਮੋਰੀਆਂ ਹੁੰਦੀਆਂ, ਬੜੇ ਹੱਥਕੰਡੇ ਹੁੰਦੇ ਆ ਹਕੂਮਤ ਦੇ ਕੋਲੇ। ਜੇ ਅਸੀਂ ਪੰਜਾਬ ਦੇ ਵਿੱਚ ਦੇਖੀਏ ਤਾਂ ਤੁਸੀਂ ਦੇਖੋ ਪੰਜਾਬ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਥਾਣੇਦਾਰ ਮਿਲ ਜਾਣਗੇ ਜਿਹੜੇ ਅਜੇ ਤੱਕ ਡਿਜ਼ਰਵ ਵੀ ਨਹੀਂ ਕਰਦੇ। ਕੁਝ ਕੁ ਤਾਂ ਅਜਿਹੇ ਹੈਗੇ, ਹਾਲਾਂਕਿ ਜਿਹੜਾ ਪੰਜਾਬ ਪੁਲਿਸ ਐਕਟ ਬਣਿਆ ਹੋਇਆ ਹੈ, ਪੰਜਾਬ ਪੁਲਿਸ ਐਕਟ ਦੇ ਮੁਤਾਬਕ ਇਹ ਹੈ ਕਿ ਪਰਮਾਨੈਂਟ ਜਿਹੜਾ ਹੈਗਾ ਸਬ ਇੰਸਪੈਕਟਰ ਜਾਂ ਪਰਮਾਨੈਂਟ ਇੰਸਪੈਕਟਰ ਜਿਹੜੇ ਰੈਗੂਲਰ ਕਹਿੰਦੇ ਨੇ ਆਪਾਂ ਨੂੰ, ਉਹੀ ਚੀਫ ਲੱਗ ਸਕਦੇ ਆ ਥਾਣਿਆਂ ਦੇ।
ਉਹੀ SHO ਲੱਗ ਸਕਦੇ ਆ। ਲੇਕਿਨ ਮੈਂ ਇੱਥੇ ਬਹੁਤ ਸਾਰੇ ਅਜਿਹੇ SHOs ਨੂੰ ਵੀ ਜਾਣਦਾ ਜਿਹੜੇ ਜੇ ਆਪਾਂ ਦੇਖੀਏ ਰੈਗੂਲਰ ਤੌਰ ਦੇ ਉੱਤੇ ਉਹ ASI ਹੈ, ਉਹਨਾਂ ਨੂੰ ਉਹ ਤੋਂ ਬਾਅਦ ਜਿਹੜੇ ਹੈਗੇ ਆ ਲੋਕਲ ਰੈਂਕ ਦਿੱਤੇ ਹੋਏ ਹੈ, ਅਡਹਾਕ ਤਰੱਕੀਆਂ ਦਿੱਤੀਆਂ ਹੋਈਆਂ, ਔਰ ਉਹ ਫਿਰ ਬਾਅਦ ਦੇ ਵਿੱਚ SHO ਲੱਗ ਜਾਂਦੇ ਹੈ। ਉਹ ਕਿਉਂਕਿ ਪੋਲੀਟੀਕਲ ਦਖਲਅੰਦਾਜ਼ੀ ਹੈ। ਕਈ ਵਾਰੀ ਇਹ ਹੁੰਦੀ ਹੈ ਕਿ ਜੇ ਕਿਸੇ MLA ਨੂੰ, ਕਿਸੇ ਵਜ਼ੀਰ ਨੂੰ, ਕਿਸੇ ਹਲਕਾ ਇੰਚਾਰਜ ਨੂੰ SHO ਫਿੱਟ ਨਾ ਬੈਠੇ ਤਾਂ ਉਹ SSP ਨੂੰ ਕਹਿ ਦਿੰਦਾ ਜੀ ਇਸ SHO ਨੂੰ ਬਦਲ ਦਿਓ। ਅਸੂਲੀ ਤੌਰ ਦੇ ਉੱਤੇ, ਨਿਜਮਨ ਤੌਰ ਦੇ ਉੱਤੇ SSP ਨਹੀਂ ਬਦਲ ਸਕਦਾ, ਲੇਕਿਨ ਫਿਰ ਕਿਉਂਕਿ ਡਿਸਪਲਿਨ ਫੋਰਸ ਹੈ, ਉਹ ਸੰਬੰਧਿਤ SHO ਨੂੰ ਬੁਲਾਉਂਦਾ ਵੀ ਕਾਕਾ ਗੱਲ ਸੁਣ, ਤੂੰ ਲਿਖ ਕੇ ਦੇ ਕਿ ਜੀ ਮੈਂ SHO ਦੇ ਤੌਰ 'ਤੇ ਕੰਮ ਨਹੀਂ ਕਰ ਸਕਦਾ, ਮੇਰਾ ਕੋਈ ਰੁਝੇਵਾਂ ਹੈ ਅਤੇ ਮੈਨੂੰ ਫਾਰਗ ਕੀਤਾ ਜਾਵੇ। ਔਨ ਰਿਕੁਐਸਟ ਬੰਦੇ ਨੂੰ ਫਾਰਗ ਕੀਤਾ ਜਾ ਸਕਦਾ, ਉਹਨੂੰ ਫਾਰਗ ਕਰਕੇ ਤੇ ਉਹਦੀ ਥਾਂ ਦੇ ਉੱਤੇ ਮਨ ਪਾਉਂਦਾ SHO ਲਾਇਆ ਜਾ ਸਕਦਾ। ਇਹ ਗੱਲਾਂ ਚੱਲਦੀਆਂ। ਲੇਕਿਨ ਜਿਹੜੇ ਨੈਸ਼ਨਲ ਲੈਵਲ ਦੇ ਉੱਤੇ ਆ ਗਏ ਜਾਂ ਜਿਹੜੇ ਆਪਾਂ ਇਹਨਾਂ ਨੂੰ ਕੋਈ ਕੌਮੀ ਪੱਧਰ ਦੀਆਂ ਨਿਯੁਕਤੀਆਂ ਆ ਗਈਆਂ, ਉੱਥੇ ਗੱਲ ਨਹੀਂ ਆਉਂਦੀ। ਸੋ ਇਹ ਜਿਹੜੀ ਪ੍ਰਕਾਸ਼ ਸਿੰਘ ਵਾਲੀ ਜੱਜਮੈਂਟ ਹੈ, ਉਹਦੇ ਵਿੱਚ ਇਹ ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਉਸੇ ਜੱਜਮੈਂਟ ਦਾ ਜਿਹੜਾ 2019 ਦੇ ਹਿੱਸੇ ਦੀ ਮੈਂ ਗੱਲ ਕਰਦਾ, 2019 ਦੇ ਵਿੱਚ ਕੀ ਲਿਖਿਆ ਹੋਇਆ ਹੈ? 2019 ਦੇ ਵਿੱਚ ਇਹ ਲਿਖਿਆ ਕਿ ਜਿਸ ਬੰਦੇ ਦੀ ਮਿਆਦ 6 ਮਹੀਨੇ ਜਾਂ 6 ਮਹੀਨੇ ਤੋਂ ਘੱਟ ਹੈ, ਉਹਨੂੰ ਕਿਸੇ ਵੀ ਸੰਸਥਾ ਦਾ ਚੀਫ ਨਹੀਂ ਲਾਇਆ ਜਾ ਸਕਦਾ, ਕਿਸੇ ਵੀ ਆਰਗੇਨਾਈਜੇਸ਼ਨ ਦਾ ਚੀਫ ਨਹੀਂ ਲਾਇਆ ਜਾ ਸਕਦਾ, ਕਿਉਂਕਿ 6 ਮਹੀਨੇ ਤਾਂ ਉਹਨੇ ਰਿਟਾਇਰ ਹੋਣਾ ਹੈ। ਉਹਦੀ ਟੈਨਿਓਰ ਹੈ ਜਿਹੜੀ 2 ਸਾਲ ਹੈ। ਜੇ 6 ਮਹੀਨੇ ਤੋਂ ਉੱਪਰ ਦਾ ਟਾਈਮ ਹੈ, ਉਹਦੇ ਕੋਲ 7 ਮਹੀਨੇ ਹੈਗੇ, 8 ਮਹੀਨੇ ਜਾਂ 10 ਮਹੀਨੇ ਹੈ, ਉਹਨੂੰ ਫਿਰ ਤੁਸੀਂ DGP ਲਾ ਸਕਦੇ ਹੋ, ਜਾਂ ਤੁਸੀਂ ਲਾ ਸਕਦੇ ਹੋ ਡਾਇਰੈਕਟਰ ਲਾ ਸਕਦੇ ਹੋ, ਜੋ ਵੀ ਲਾ ਸਕਦੇ ਹੋ, ਜਿਹੜਾ ਚੀਫ ਬਣਾਉਣਾ ਹੈ, ਅਤੇ ਉਹ ਬੰਦਾ ਫਿਰ ਅਗਲੇ 2 ਸਾਲਾਂ ਲਈ ਰਹਿ ਸਕਦਾ ਹੈ। ਮਤਲਬ ਆਟੋਮੈਟਿਕਲੀ ਉਹਦੀ ਮਿਆਦ ਵਿੱਚ ਵਾਧਾ ਹੋ ਸਕਦਾ ਹੈ। ਲੇਕਿਨ ਇੱਥੇ ਜੇ ਹੁਣ ਆਪਾਂ ਦੇਖੀਏ ਕਿ ਜਿਹੜੇ 2 ਅਫਸਰ ਨੰਬਰ 1 ਔਰ 2 ਦੇ ਉੱਤੇ ਸੀ ਮਿਸਟਰ ਰਕੇਸ਼ ਅਸਥਾਨਾ, ਇਹ ਰਕੇਸ਼ ਅਸਥਾਨਾ ਸਾਹਿਬ ਗੁਜਰਾਤ ਕਾਡਰ ਦੇ ਜੀ, ਮੋਦੀ ਸਾਹਿਬ ਦੇ ਬਹੁਤ ਕਰੀਬ ਹੈਗੇ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਜਿਹੜੇ YC ਮੋਦੀ ਹੈ, ਉਹ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਚੀਫ ਹੈਗੇ, ਅਤੇ ਨੈਸ਼ਨਲ ਇਨਵੈਸਟੀਗੇਸ਼ਨ ਦਾ ਚੀਫ ਵੀ ਜਿਹੜਾ ਉਹ ਡੇ ਟੂ ਡੇ ਉਹਦੀ ਮਿਲਦੀ ਲਗਭਗ ਹੁੰਦੀ ਰਹਿੰਦੀ ਹੈ ਪ੍ਰਾਈਮ ਮਿਨਿਸਟਰ ਦੇ ਨਾਲ, ਅਤੇ ਉਹਦੀ ਵੀ ਨੇੜਤਾ ਹੋ ਸਕਦੀ ਹੈ ਜੀ। ਸੋ ਇਹਨਾਂ ਦੋਨਾਂ ਦੀ ਜੇ ਆਪਾਂ ਦੇਖੀਏ, ਹਰਪ੍ਰੀਤ ਜੀ ਤਾਂ ਜਿਹੜੇ ਮਿਸਟਰ ਅਸਥਾਨਾ ਹੈ, ਇਹਨਾਂ ਨੇ 31 ਅਗਸਤ ਨੂੰ ਰਿਟਾਇਰ ਹੋਣੇ। ਅੱਛਾ ਜੀ। ਅਤੇ ਜਿਹੜੇ ਮਿਸਟਰ ਮੋਦੀ ਹੈ, ਮੋਦੀ ਸਾਹਿਬ ਨੇ 31 ਮਈ ਨੂੰ ਐਸੇ ਮਹੀਨੇ 'ਚ। ਅੱਛਾ ਜੀ। ਮਤਲਬ ਅੱਜ 25 ਅੱਜ 26 ਹੋ ਗਈ ਹੈ, ਉਹਨਾਂ ਨੇ 5 ਦਿਨਾਂ ਬਾਅਦ ਰਿਟਾਇਰ ਹੋ ਜਾਣਾ ਜੀ। ਅਤੇ 5 ਦਿਨਾਂ ਬਾਅਦ ਜਿਸ ਬੰਦੇ ਨੇ ਰਿਟਾਇਰ ਹੋਣਾ, ਉਹਦਾ ਨਾਂ ਜੇ ਉੱਥੇ ਕੰਸੀਡਰ ਹੁੰਦਾ, ਹੋ ਸਕਦਾ ਹੈ ਵੀ ਸ਼ਾਇਦ ਉਸੇ ਨੂੰ ਬੁਲਾ ਦਿੰਦੇ 2 ਸਾਲ ਦੇ ਲਈ। ਲੇਕਿਨ ਜਸਟਿਸ ਰਮੰਨਾ ਸਾਹਿਬ ਨੇ ਕਹਿ ਦਿੱਤਾ ਜੀ ਆਹ ਇੱਕ ਸੁਪਰੀਮ ਕੋਰਟ ਦਾ ਫੈਸਲਾ, ਇਹਦੇ ਮੁਤਾਬਕ ਇਹ ਨਹੀਂ ਲੱਗ ਸਕਦੇ। ਜਿਉਂ ਹੀ ਬੋਲੇ ਰਮੰਨਾ ਸਾਹਿਬ, ਨਾਲ ਦੀ ਨਾਲ ਹੀ ਕਾਂਗਰਸ ਪਾਰਟੀ ਦਾ ਜਿਹੜਾ ਫਲੋਰ ਲੀਡਰ ਹੈ ਮਿਸਟਰ ਅਧੀਰ ਰੰਜਨ ਚੌਧਰੀ, ਉਹਨੇ ਵੀ ਕਹਿਤਾ ਜੀ ਮੈਂ ਇਹਨਾਂ ਨਾਲ ਸਹਿਮਤ ਹੈ। ਹੁਣ ਹਰਪ੍ਰੀਤ ਤੁਸੀਂ ਦੇਖੋ ਕਿ 3 ਮੈਂਬਰੀ ਟੀਮ ਹੈ ਜੀ, 3 ਮੈਂਬਰੀ ਦੇ ਵਿੱਚ 2 ਮੈਂਬਰ ਕਹਿੰਦੇ ਕਿ ਇਹਨਾਂ 2 ਬੰਦਿਆਂ ਨੂੰ ਤਾਂ ਲਾਉਣਾ ਨਹੀਂ ਜੀ, ਤਾਂ ਫਿਰ ਪ੍ਰਧਾਨ ਮੰਤਰੀ ਦੇ ਕੋਲ ਵੀ ਕੋਈ ਰਾਹ ਨਹੀਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਨੂੰਨ ਦੀ ਹੀ ਜਿਹੜੀ ਹੈਗੀ ਪਾਲਣਾ ਕੀਤੀ ਜਾਊਗੀ ਜੀ। ਔਰ ਫਿਰ ਜਿਹੜਾ ਪੈਨਲ ਬਣਿਆ 3 ਬੰਦਿਆਂ ਦਾ, ਉਹ 3 ਬੰਦਿਆਂ ਦਾ ਉਹਨਾਂ ਨੇ ਪੈਨਲ ਬਣਾਤਾ ਕਿ ਜਿਹਨੂੰ ਮਰਜ਼ੀ ਤੁਸੀਂ ਲਾ ਦਿਓ। ਥੋੜ੍ਹਾ ਜਿਹਾ ਸ਼ੁਰੂ ਦੇ ਵਿੱਚ ਉਹਦੇ 'ਤੇ ਕਿੰਤੂ ਪਰੰਤੂ ਕੀਤਾ ਸੀ ਅਧੀਰ ਰੰਜਨ ਚੌਧਰੀ ਨੇ। ਉਹਨੇ ਕਿਹਾ ਕਿ ਜਿਹੜੀ ਪਹਿਲਾ ਪੈਨਲ ਭੇਜਿਆ ਸੀ ਆਪਣੇ ਕੋਲੇ ਡਿਪਾਰਟਮੈਂਟ ਆਫ ਪਰਸੋਨਲ ਐਂਡ ਟ੍ਰੇਨਿੰਗ ਦਾ, ਉਹਨਾਂ ਨੇ ਸ਼ੁਰੂ ਦੇ ਵਿੱਚ ਜਿਹੜੀ 11 ਮਈ ਨੂੰ ਲਿਸਟ ਭੇਜੀ ਸੀ, ਉਹਦੇ ਵਿੱਚ 109 ਅਫਸਰਾਂ ਦੇ ਨਾਂ ਪਾਏ ਸੀ। ਅੱਛਾ ਜੀ। ਲੇਕਿਨ ਮੀਟਿੰਗ ਜਦੋਂ ਸੋਮਵਾਰ ਨੂੰ ਮੀਟਿੰਗ ਸ਼ੁਰੂ ਹੋਣੀ ਸੀ, ਮੀਟਿੰਗ ਤੋਂ ਪਹਿਲਾਂ ਜਿਹੜੇ ਮੀਟਿੰਗ ਵਾਲੇ ਦਿਨ ਉਹਨਾਂ ਦੇ ਕੋਲੇ ਜਿਹੜੀ ਲਿਸਟ ਪੇਸ਼ ਕੀਤੀ, ਉਹਦੇ ਵਿੱਚ 10 ਬੰਦਿਆਂ ਦੇ ਨਾਂ ਸੀ ਜੀ। ਅਤੇ ਜਦੋਂ ਮੀਟਿੰਗ ਸ਼ੁਰੂ ਹੋਣ ਵਾਲੀ ਸੀ, ਫਿਰ ਉਹ ਸ਼ਾਰਟ ਲਿਸਟ ਕਰਕੇ ਬੰਦੇ 6 ਹੀ ਰਹਿ ਗਏ। ਉਹਨੇ ਕਿਹਾ ਜੀ ਜਿਹੜਾ ਜਿਹਨੂੰ ਆਪਾਂ ਕਹਾਂਗੇ ਵੀ ਘੋਰ ਕੰਡੇ ਪਏ ਹੈ, ਇਹ ਘੋਰ ਕੰਡੇ ਵੀ ਕਿਸੇ ਕਿਸਮ ਦੀ ਤਰਫਦਾਰੀ ਹੈ। ਸ਼ੁਰੂ ਦੇ ਵਿੱਚ ਉਹਨਾਂ ਨੇ ਥੋੜ੍ਹੀ ਜਿਹੀ ਆਪਣੀ ਰਿਜ਼ੈਂਟਮੈਂਟ ਜ਼ਾਹਰ ਕੀਤੀ, ਉਹਨਾਂ ਨੇ ਆਪਣਾ ਡਿਸੈਂਟ ਨੋਟ ਵੀ ਲਿਖਾਤਾ ਸੀ, ਲੇਕਿਨ ਬਾਅਦ ਦੇ ਵਿੱਚ ਫਿਰ ਸਹਿਮਤੀ ਹੋ ਗਈ। ਉਹਨਾਂ ਨੇ ਕਹਿ ਦਿੱਤਾ ਜੀ ਕੋਈ ਗੱਲ ਨਹੀਂ ਤੁਸੀਂ ਲਾ ਦਿਓ। ਫਿਰ ਸਹਿਮਤੀ ਬਣ ਗਈ ਜੀ। ਮਿਸਟਰ ਜੈਸਵਾਲ ਅਤੇ ਸੁਬੋਧ ਕੁਮਾਰ ਜੈਸਵਾਲ ਇਹ ਮਹਾਰਾਸ਼ਟਰ ਦੇ DGP ਰਹਿ ਚੁੱਕੇ ਹੈ। ਅੱਛਾ। ਔਰ ਮਹਾਰਾਸ਼ਟਰ ਦੇ DGP ਤੋਂ ਬਾਅਦ ਹੁਣ ਇਹ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦੇ ਡਾਇਰੈਕਟਰ ਜਨਰਲ ਜੀ। ਇਹ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਇਹ ਬੰਬੇ ਪੁਲਿਸ ਦੇ ਕਮਿਸ਼ਨਰ ਵੀ ਰਹਿ ਚੁੱਕੇ ਹੈ। ਔਰ ਇਹ ਰਾਹ ਦੇ ਵਿੱਚ ਵੀ ਕੰਮ ਕਰ ਚੁੱਕੇ ਹੈ ਅਤੇ ਇੰਟੈਲੀਜੈਂਸ ਦੇ ਵਿੱਚ ਵੀ ਕੰਮ ਕਰ ਚੁੱਕੇ ਹੈ। ਠੀਕ ਹੈ ਜੀ। ਕਾਬਲ ਅਫਸਰ ਹੈ, ਬਹੁਤ ਵੱਡੇ ਵੱਡੇ ਮੁਕੱਦਮੇ ਜਿਹੜੇ ਇਹਨਾਂ ਨੇ ਦੇਖੇ ਹੈ। DGP ਵੀ ਇਹ ਥੋੜ੍ਹਾ ਸਮਾਂ ਪਹਿਲਾਂ ਹੀ ਜਦੋਂ ਉੱਥੇ ਅਗਾੜੀ ਸਰਕਾਰ ਬਣ ਗਈ, ਜਿਹਨੂੰ ਆਪਾਂ ਕਹਿ ਸਕਦੇ ਸ਼ਿਵ ਸੈਨਾ NCP ਅਤੇ ਕਾਂਗਰਸ ਦੇ ਆਧਾਰਿਤ ਸਰਕਾਰ ਬਣ ਗਈ, ਉਸ ਸਰਕਾਰ ਦੇ ਨਾਲ ਇਹਨਾਂ ਦਾ ਜਿਹੜਾ ਹੈਗਾ ਕਦਮ ਚਾਲ ਜਿਹੜੀ ਹੈ ਠੀਕ ਨਹੀਂ ਬੈਠੀ। ਉਹ ਤੋਂ ਬਾਅਦ ਫਿਰ ਇਹ ਸੈਂਟਰ ਦੇ ਵਿੱਚ ਡੈਪੂਟੇਸ਼ਨ ਦੇ ਉੱਤੇ ਆ ਗਈ ਸੀ ਅਤੇ ਉਹ ਲੱਗੇ ਹੋਏ ਹੈ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਦੇ ਨਰਿੰਦਰ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹੈ, ਇਹ ਪਹਿਲਾ ਮੌਕਾ ਹੈ ਜਦੋਂ ਚੀਫ ਜਸਟਿਸ ਵੱਲੋਂ ਦਿੱਤੇ ਇੱਕ ਹਵਾਲੇ ਦੀ ਵਜ੍ਹਾ ਕਾਰਨ
ਉਹ ਆਪਣੇ ਮਨ ਪਾਉਂਦੇ ਅਫੀਸਰ ਨੂੰ ਅੱਛਾ ਜੀ। ਜਿਹੜੀ ਹੈਗਾ CBI ਦਾ ਜੀ। ਚੀਫ ਨਹੀਂ ਲਾ ਸਕੇ। ਵੈਸੇ ਤਾਂ ਹਰ ਅਫੀਸਰ ਹੈ ਜਿਹੜਾ ਉਹ ਜਿਹੜੀ ਮੌਕੇ ਦੀ ਸਰਕਾਰ ਹੈ, ਮੌਕੇ ਦੀ ਸਰਕਾਰ ਦਾ ਤਾਬਿਆਦਾਰ ਹੁੰਦਾ, ਉਹਨੂੰ ਉਹਦਾ ਹੁਕਮ ਮੰਨਣਾ ਪੈਂਦਾ ਹੈ। ਜੀ। ਲੇਕਿਨ ਕਈ ਇਹੋ ਜਿਹੇ ਹੁੰਦੇ ਆ ਵੀ ਜਿਹੜੇ ਨਿਯਮਾਂ ਅਸੂਲਾਂ ਨੂੰ ਛਿੱਕੇ ਟੰਗ ਦਿੰਦੇ ਹੈ। ਸੋ ਜੀ। ਮੇਰੇ ਖਿਆਲ ਮੁਤਾਬਕ ਆਪਾਂ ਉਮੀਦ ਕਰੀਏ ਕਿ ਮਿਸਟਰ ਜੈਸਵਾਲ ਜਿਹੜੇ ਹੈਗੇ ਹੈ, ਜਿਸ ਤਰ੍ਹਾਂ ਉਹਨਾਂ ਦੀ ਲਾਟਰੀ ਨਿਕਲੀ ਹੈ ਜਾਂ ਜਿਵੇਂ ਉਹਨਾਂ ਦੀ ਨਿਯੁਕਤੀ ਜੀ। ਹੋਈ ਹੈ, ਉਹਨੂੰ ਉਹ ਜ਼ਰੂਰ ਮੱਦੇ-ਨਜ਼ਰ ਰੱਖਣਗੇ, ਕਿਉਂਕਿ ਜੇ ਉਹਨਾਂ ਨੂੰ ਇਸ ਨਿਯੁਕਤੀ ਹਾਸਲ ਕਰਨ ਦੇ ਵਿੱਚ ਸਫਲਤਾ ਮਿਲੀ ਹੈ ਤਾਂ ਮੈਂ ਸਮਝਦਾ ਵੀ ਇਹਦੇ 'ਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਜਸਟਿਸ ਰਮੰਨਾ ਹੋਰਾਂ ਦਾ ਹੈ। ਰਮੰਨਾ ਹੋਰੀ ਦੇਸ਼ ਦੇ ਚੀਫ ਜਸਟਿਸ ਹੈ। ਚੀਫ ਜਸਟਿਸ ਨੇ ਜਿਸ ਤਰ੍ਹਾਂ ਮਤਲਬ ਜਿਹੜੀ ਹੈ ਕਾਇਦੇ ਕਾਨੂੰਨਾਂ ਨੂੰ ਪ੍ਰਮੁੱਖਤਾ ਦਿੱਤੀ ਹੈ, ਉਮੀਦ ਕਰਨੀ ਚਾਹੀਦੀ ਹੈ ਆਪਾਂ ਨੂੰ ਕਿ ਮਿਸਟਰ ਜੈਸਵਾਲ ਵੀ ਉਸੇ ਤਰ੍ਹਾਂ ਜਿਹੜਾ ਕਾਇਦੇ ਕਾਨੂੰਨਾਂ ਨੂੰ ਪਹਿਲ ਦੇਣਗੇ। ਜੀ ਜੀ। ਸੋ ਇਹ ਤਾਂ ਹੋਈ ਗੱਲ CBI ਦੀ। ਅਤੇ ਹੁਣ ਥੋੜ੍ਹਾ ਜਿਹਾ ਆਪਾਂ ਪੰਜਾਬ ਦੀ ਸਿਆਸਤ ਦੀ ਵੀ ਗੱਲ ਕਰ ਲਈਏ। ਸੋ ਪੰਜਾਬ ਦੀ ਕਾਂਗਰਸ ਦਾ ਕਾਟੋ ਕਲੇਸ਼ ਹੈ ਜਿਹੜਾ ਮੁੱਕਣ ਦਾ ਨਾਮ ਨਹੀਂ ਲੈ ਰਿਹਾ। ਅਤੇ ਹੁਣ ਕਹਿੰਦੇ ਨਵਜੋਤ ਸਿੰਘ ਸਿੱਧੂ ਨੇ ਵੀ ਸਿੱਧੀ ਚੁਣੌਤੀ ਦੇ ਦਿੱਤੀ ਜੀ ਕੈਪਟਨ ਅਮਰਿੰਦਰ ਨੂੰ। ਦੇਖੋ, ਕਾਟੋ ਕਲੇਸ਼ ਤਾਂ ਹੁਣ ਕਾਂਗਰਸ ਪਾਰਟੀ ਦਾ ਇੰਨਾ ਵੱਧ ਗਿਆ ਹੈ ਹਰਪ੍ਰੀਤ, ਵੀ ਜੇ 4 ਬੰਦੇ ਉਹਨਾਂ ਦੇ ਇਕੱਠੇ ਹੋ ਗਏ, ਕੋਈ ਕੰਮ ਧੰਦਾ ਵੀ ਹੋ ਗਏ, ਅਤੇ ਨਾਲ ਦੀ ਨਾਲ ਹੀ ਆਪਣਾ ਮੀਡੀਆ ਕਹਿੰਦੇ ਜੀ ਅੱਜ ਮੀਟਿੰਗ ਹੋ ਗਈ। ਜੀ ਅੱਜ ਇੰਨੇ ਬੰਦੇ ਹੋਏ ਸੀ। ਕੱਲ੍ਹ ਮੇਰੀ ਇੱਕ ਸੀਨੀਅਰ ਜਰਨਲਿਸਟ ਨਾਲ ਚੰਡੀਗੜ੍ਹ ਗੱਲ ਹੋ ਰਹੀ ਸੀ। ਮੈਂ ਕੱਲ੍ਹ ਸ਼ਾਮੀ ਉਹਨੂੰ ਪੁੱਛਿਆ ਵੀ ਅੱਜ ਦੀ ਹਾਲਤ ਕੀ ਹੈ। ਉਹ ਕਹਿੰਦਾ ਵੀ ਅੱਜ ਦੀ ਹਾਲਤ ਤਾਂ ਬਹੁਤ ਹੀ ਦਿਲਚਸਪ ਹੈ। ਮੈਂ ਕਿਹਾ ਕੀ ਗੱਲ? ਕਹਿੰਦੇ ਕੁਛ ਬੰਦੇ ਕੱਲ੍ਹ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਣ ਵਾਸਤੇ ਉਹਨਾਂ ਦੇ ਘਰ ਆਏ। ਜੀ। ਘਰ ਆਉਣ ਵਾਲਿਆਂ 'ਚ ਕੌਣ ਹੈ? ਰਾਜਾ ਵੜਿੰਗ, ਅੱਛਾ MLA ਜੀ। ਗਿੱਦੜਬਾਹਾ, ਉਹ ਉਹਨਾਂ ਦੇ ਕੋਲੇ ਗਿਆ। ਕੁਲਵੀਰ ਸਿੰਘ ਜੀਰਾ, ਜਿਹੜੇ ਜੀ, ਜੀਰਾ ਤੋਂ MLA ਜੀਰਾ ਆ, ਤੋਂ। ਉਹ ਮਿਲਣ ਵਾਸਤੇ ਗਏ। ਇਸੇ ਤਰੀਕੇ ਕੁਛ ਦੁਆਬੇ ਦੇ ਵਿੱਚੋਂ, ਕੁਝ ਮਾਝੇ ਦੇ ਵਿੱਚੋਂ MLA ਆ ਗਏ ਅਤੇ ਉਹ ਉਹਨਾਂ ਦੇ ਘਰੇ ਗਏ ਅਤੇ ਘਰੋਂ ਜਾ ਕੇ ਉਹ ਆਪਣੀ ਗੱਲਬਾਤ ਕਰਕੇ ਜਦੋਂ ਬਾਹਰ ਨਿਕਲਦੇ ਸੀ, ਗਾਂ ਬਾਹਰ ਆਪਣਾ ਭਾਈਚਾਰਾ ਖੜਾ ਹੁੰਦਾ। ਹਾਂਜੀ, ਤੁਸੀਂ ਅੰਦਰ ਕੀ ਗੱਲ ਕੀਤੀ? ਜੀ। ਕੁਲਵੀਰ ਸਿੰਘ ਜੀਰਾ ਨੂੰ ਪੁੱਛਿਆ ਵੀ ਤੁਸੀਂ ਅੰਦਰ ਕੀ ਗੱਲਬਾਤ ਕੀਤੀ, ਤੁਹਾਡੀ ਕਾਹਦੀ ਮੀਟਿੰਗ ਆ? ਉਹ ਕਹਿੰਦਾ ਮੇਰੀ ਕਿਹੜੀ ਮੀਟਿੰਗ ਹੋਣੀ ਸੀ, ਕੱਲ੍ਹ ਮੇਰੇ ਬਾਪ ਦਾ ਭੋਗ ਪੈ ਕੇ ਹਟਿਆ, ਮੇਰੇ ਬਾਪ ਦੀ ਮੌਤ ਹੋ ਗਈ ਸੀ, ਮੈਨੂੰ ਤਾਂ ਕੋਈ ਆਪਣਾ ਜਾਤੀ ਕੰਮ ਸੀ ਮੰਤਰੀ ਜੀ ਕੋਲੇ, ਮੈਂ ਆਪਣੇ ਜਾਤੀ ਕੰਮ ਦੇ ਲਈ ਆਇਆ। ਜੀ। ਇੱਕ ਹੋਰ ਸੀ ਜਿਹੜਾ ਉਸ MLA ਨੂੰ ਪੁੱਛਿਆ, ਸ਼ਾਇਦ ਭੋਆ ਤੋਂ MLA ਸੀ, ਵੀ ਤੁਸੀਂ ਕੀ ਲੈਣਾ ਹੈ? ਉਹ ਯਾਰ ਸਾਡੇ ਤਾਂ ਖੰਡ ਮਿਲ ਦਾ ਮਾਮਲਾ ਸੀ, ਮੈਂ ਉਹਦੀ ਖਾਤਰ ਆਇਆ। ਜੇ ਆਪਾਂ ਰਾਜੇ ਵੜਿੰਗ ਦੀ ਗੱਲ ਕਰੀਏ ਤਾਂ ਰਾਜਾ ਵੜਿੰਗ ਤਾਂ ਬੜਾ ਬੇਬਾਕ ਆਗੂ ਹੈ। ਬਿਲਕੁਲ। ਔਰ ਰਾਜਾ ਵੜਿੰਗ ਆਪਣੇ ਆਪ ਦੇ ਵਿੱਚ ਇੱਕ ਲੀਡਰ ਹੈ। ਉਹ ਜੀ। ਆਲ ਇੰਡੀਆ ਯੂਥ ਕਾਂਗਰਸ ਪਾਰਟੀ ਦਾ ਪ੍ਰੈਜ਼ੀਡੈਂਟ ਰਿਹਾ ਔਰ ਨਹਿਰੂ ਗਾਂਧੀ ਖਾਨਦਾਨ ਦੇ ਨੇੜੇ ਹੈ। ਖਾਸ ਕਰਕੇ ਜੇ ਆਪਾਂ ਦੇਖੀਏ ਤਾਂ ਰਾਹੁਲ ਦੀ ਟੀਮ ਦਾ ਮੈਂਬਰ ਹੈ। ਜੀ। ਉਹਨੂੰ ਸ਼ਾਇਦ ਕਿਸੇ ਜਿਹੜੀ ਹੈਗੀ ਹੈ ਮੀਟਿੰਗ ਦੀ ਲੋੜ ਨਹੀਂ, ਤੇ ਉਹ ਆਮ ਤੌਰ ਦੇ ਉੱਤੇ ਜਿਹੜੀ ਉਹਦੀ ਦਿਲ ਦੀ ਗੱਲ ਹੁੰਦੀ ਹੈ, ਉਹ ਦਿਲ ਦੀ ਗੱਲ ਓਪਨ ਰੱਖ ਦਿੰਦਾ ਹੈ। ਆਪਾਂ ਨੂੰ ਜੀ। ਪਤਾ ਹੈ ਕਿ ਇੱਕ ਵਾਰੀ ਬਿਲਕੁਲ ਮੁੱਖ ਜੀ, ਮੰਤਰੀ ਨੇ ਬਿਲਕੁਲ। ਕੁਝ ਸਲਾਹਕਾਰ ਬਣਾਏ ਸੀ ਤੇ ਹਾਂਜੀ, ਰਾਜੇ ਵੜਿੰਗ ਹਾਂਜੀ। ਨੇ ਕਹਿਤਾ ਸੀ ਛੱਡੋ ਜੀ ਪਰੇ, ਕੀ ਲੈਣਾ ਇਹੋ ਜਿਹੀ ਸਲਾਹਕਾਰੀ ਤੋਂ, ਮੈਨੂੰ ਤਾਂ ਤੁਸੀਂ ਰੁਖਸਤੀ ਕਰ ਦਿਓ, ਮੈਂ ਤਾਂ ਵਿਹਲਾ ਹੀ ਠੀਕ ਆ। ਇਸੇ ਕਿਸਮ ਦੀ ਗੱਲਬਾਤ ਠੀਕ ਹੈ ਜੀ ਦੀ, ਜਿਹੜੀ ਮਤਲਬ ਜਿਹੜੇ ਸਲਾਹਕਾਰ ਦੇ ਕੋਲੇ ਪਾਵਰਾਂ ਹੀ ਕੋਈ ਹੈ ਨਹੀਂ, ਇਕੱਲੀ ਸਲਾਹ ਹੀ ਦੇਣੀ ਹੈ ਜਾਂ ਉਹਨੂੰ ਸੈਕਟਰੀਏਟ ਦੇ ਵਿੱਚ ਕਮਰਾ ਦੇਣਾ ਹੈ। ਸੋ ਇਹ ਲੱਗਦਾ ਕਿ ਕਾਟੋ ਕਲੇਸ਼ ਮੁੱਕ ਨਹੀਂ ਰਿਹਾ। ਲੇਕਿਨ ਜਿਹੜੀ ਹੁਣ ਵਰਨਗੀ ਇਸ਼ੂ ਹੈ, ਉਹ ਵਰਨਗੀ ਇਸ਼ੂ ਆਉਂਦਾ ਹੈ ਇਸ ਗੱਲ ਦੇ ਉੱਤੇ ਕਿ ਕੱਲ੍ਹ ਸਰਦਾਰ ਨਵਜੋਤ ਸਿੰਘ ਸਿੱਧੂ ਜੀ। ਔਰ ਉਹਨਾਂ ਦੀ ਜੀਵਨ ਸਾਥਣ ਡਾਕਟਰ ਨਵਜੋਤ ਕੌਰ ਸਿੱਧੂ ਹੋਰਾਂ ਨੇ ਇੱਕ ਝੰਡਾ ਚਲਾਇਆ। ਬਿਲਕੁਲ ਜੀ। ਔਰ ਉਹ ਝੰਡੇ ਦਾ ਰੰਗ ਹੈ ਕਾਲਾ। ਉਹ ਚਲਾਇਆ ਕਿੱਥੇ ਉਹਨਾਂ ਨੇ ਚਲਾਇਆ ਆਪਣੇ ਜਿਹੜਾ ਯਾਦਵਿੰਦਰਾ ਕਲੋਨੀ ਦੇ ਵਿੱਚ ਉਹਨਾਂ ਦਾ ਪੁਸ਼ਤੈਨੀ ਘਰ ਹੈ। ਅੱਛਾ ਜੀ। ਜਿਹੜੇ ਸਿੱਧੂ ਸਾਹਿਬ ਹੈ, ਸਿੱਧੂ ਸਾਹਿਬ ਤੁਹਾਨੂੰ ਪਤਾ ਜਦੋਂ ਇਹਨਾਂ ਨੇ ਪਹਿਲੀ ਵਾਰੀ ਪਾਰਲੀਮੈਂਟ ਦੀ ਚੋਣ ਲੜੀ ਹੈ ਅੰਮ੍ਰਿਤਸਰ ਸਾਹਿਬ ਤੋਂ, ਜੀ। ਉਸ ਵੇਲੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜੀ ਸੀ ਜੀ। ਔਰ ਇਮੋਸ਼ਨਲ ਸੱਜਣ ਹੈਗੇ। ਬਿਲਕੁਲ ਉਦੋਂ ਜੀ। ਉਹਨਾਂ ਨੇ ਜਜ਼ਬਾਤੀ ਹੋ ਕੇ ਇਹ ਐਲਾਨ ਕੀਤਾ ਸੀਗਾ ਕਿ ਮੈਂ ਅੱਜ ਤੋਂ ਬਾਅਦ ਗੁਰੂ ਕੀ ਨਗਰੀ ਨੂੰ ਹੀ ਸਮਰਪਿਤ ਹਾਂ। ਜੀ। ਮੈਂ ਗੁਰੂ ਕੀ ਨਗਰੀ ਦਾ ਕਦੇ ਵੀ ਸਾਥ ਨਹੀਂ ਛੱਡੂੰਗਾ ਤੇ ਮੈਂ ਆਪਣੀ ਰਿਹਾਇਸ਼ ਪਰਮਾਨੈਂਟਲੀ ਇੱਥੇ ਰੱਖੂੰਗਾ। ਉੱਥੇ ਉਹਨਾਂ ਨੇ ਆਪਣਾ ਘਰ ਬਣਾਇਆ ਹੋਇਆ। ਉਸ ਘਰ ਦੇ ਵਿੱਚ ਵੀ ਉਹਨਾਂ ਦੀ ਬਹੁਤ ਪੁਰਾਣੀ ਰਿਹਾਇਸ਼ ਚੱਲੀ ਆਉਂਦੀ ਹੈ। ਜਦੋਂ ਤੋਂ ਪਾਰਲੀਮੈਂਟ ਦੇ ਮੈਂਬਰ ਬਣੇ, ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਉਹ ਬੀਬੀ ਡਾਕਟਰ ਨਵਜੋਤ ਕੌਰ ਸਿੱਧੂ ਵੀ 2 ਵਾਰੀ ਉੱਥੋਂ MLA ਬਣੇ, ਪਾਰਲੀਮਾਨੀ ਸਕੱਤਰ ਵੀ ਰਹੇ ਆ, ਉੱਥੇ ਹੀ ਰਹਿੰਦੇ ਕਰਦੇ। ਇੱਕ ਝੰਡਾ ਕੱਲ੍ਹ ਉੱਥੇ ਵੀ ਲਹਿਰਾਇਆ ਗਿਆ। ਜੀ। ਉੱਥੇ ਵਾਲਾ ਝੰਡਾ ਜਿਹੜਾ ਲਹਿਰਾਇਆ ਗਿਆ ਉਹ ਸਿੱਧੂ ਸਾਹਿਬ ਦੀ ਬੇਟੀ ਹੈ ਰਾਬੀਆ ਸਿੱਧੂ। ਹਾਂਜੀ। ਰਾਬੀਆ ਨੇ ਉੱਥੇ ਝੰਡਾ ਲਹਿਰਾਇਆ ਔਰ ਇੱਧਰ ਦੋਨਾਂ ਮੀਆਂ ਬੀਵੀ ਨੇ ਝੰਡਾ ਲਹਿਰਾਇਆ। ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜਾ ਝੰਡਾ ਲਹਿਰਾਉਣ ਦਾ ਸਮਾਂ ਸੀ, ਉਸ ਸਮੇਂ ਨੂੰ ਵੀ ਸਿੱਧੂ ਸਾਹਿਬ ਨੇ ਇਸਤੇਮਾਲ ਕੀਤਾ ਆਪਣੇ ਰਾਜਨੀਤਿਕ ਮਨੋਰਥ ਦੇ ਲਈ। ਜੀ। ਉਹਨਾਂ ਨੇ 2-3 ਗੱਲਾਂ ਕਹੀਆਂ ਉੱਥੇ। ਇੱਕ ਤਾਂ ਉਹਨਾਂ ਨੇ ਕਿਹਾ ਜੀ ਵੀ ਹੁਣ ਪੰਜਾਬ ਨੂੰ ਖੁਦ ਮੁਖਤਿਆਰੀ ਦੀ ਲੋੜ ਹੈ। ਜੀ। ਪੰਜਾਬ ਦੀ ਕਿਸਾਨੀ ਦਾ ਬੁਰਾ ਹਾਲ ਹੈ, ਪੰਜਾਬ ਨੂੰ ਖੁਦ ਮੁਖਤਿਆਰੀ ਦੀ ਲੋੜ ਹੈ। ਹੁਣ ਪੰਜਾਬ ਨੂੰ ਖੁਦ ਮੁਖਤਿਆਰੀ ਦੀ ਕਿਹੋ ਜਿਹੀ ਦੀ ਲੋੜ ਹੈ, ਇਹਨੂੰ ਉਹਨਾਂ ਨੇ ਸਪਸ਼ਟ ਨਹੀਂ ਕੀਤਾ। ਖੁਦ ਮੁਖਤਿਆਰੀ 2 ਕਿਸਮ ਦੀ ਹੁੰਦੀ ਹੈ। ਖੁਦ ਮੁਖਤਿਆਰੀ ਕਹਿ ਕੇ ਆਪਣੇ ਫੈਸਲੇ ਪੰਜਾਬ ਆਪ ਲਵੇ, ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਸੂਬੇ ਦੀ ਖੁਦ ਮੁਖਤਿਆਰੀ ਹੈ। ਜੀ। ਜਾਂ ਕਿ ਉਹਨਾਂ ਨੂੰ ਅਜਿਹੀ ਖੁਦ ਮੁਖਤਿਆਰੀ ਚਾਹੀਦੀ ਹੈ ਕਿ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਖੁਦ ਮੁਖਤਿਆਰੀ ਚਾਹੀਦੀ ਹੈ। ਤੁਹਾਡੀ ਯਾਦ ਹੋਣਾ ਆਮ ਆਦਮੀ ਪਾਰਟੀ ਦਾ ਜਿਹੜਾ ਪਾਟੋ ਧਾੜ ਦਾ ਕਾਰਨ ਬਣਿਆ,
ਉਹ ਵੀ ਖੁਦ ਮੁਖਤਿਆਰੀ ਤੋਂ ਹੀ ਬਣਿਆ ਸੀ। ਜੀ ਜੀ। ਕਿਉਂਕਿ ਜਿਸ ਵੇਲੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਮੁਆਫੀ ਮੰਗੀ ਸੀ ਬਿਕਰਮ ਸਿੰਘ ਮਜੀਠੀਆ ਤੋਂ, ਉਦੋਂ ਵਿਰੋਧ ਹੋਇਆ ਸੀ ਤੇ ਇੱਕ ਵੱਡੇ ਹਿੱਸੇ ਨੇ ਮੰਗ ਕੀਤੀ ਸੀਗੀ ਜੀ ਇਹ ਗਲਤ ਗੱਲ ਹੈ, ਜੇ ਉਹਨਾਂ ਨੇ ਮੁਆਫੀ ਮੰਗਣੀ ਸੀ ਤਾਂ ਘੱਟੋ ਘੱਟ ਸਟੇਟ ਦੇ ਯੂਨਿਟ ਨੂੰ ਕੌਨਫੀਡੈਂਸ ਦੇ ਵਿੱਚ ਲੈਣਾ ਚਾਹੀਦਾ ਸੀ। ਸਾਨੂੰ ਕੌਨਫੀਡੈਂਸ ਦੇ ਵਿੱਚ ਨਹੀਂ ਲਿਆ। ਹਾਲਾਂਕਿ ਜਦੋਂ ਉਹਨਾਂ ਨੇ ਇਹ ਇਲਜ਼ਾਮ ਲਾਇਆ ਸੀ ਕਿ ਮਿਸਟਰ ਬਿਕਰਮ ਸਿੰਘ ਮਜੀਠੀਆ ਇਹਨਾਂ ਦਾ ਨਸ਼ੇ ਦੇ ਕਾਰੋਬਾਰ ਵਾਲਿਆਂ ਨਾਲ ਕੋਈ ਸਾਂਝ ਹੈ ਜਾਂ ਇਹਨਾਂ ਦੀ ਸਿੱਧੀ ਇਨਵੋਲਵਮੈਂਟ ਹੈ, ਉਸ ਵੇਲੇ ਕੱਲੇ ਜਿਹੜੇ ਵਰਕਰ ਸੀ ਉਹਨਾਂ ਵਰਕਰਾਂ ਤੋਂ ਵੀ ਇਹ ਬਿਆਨ ਦਵਾਏ ਸੀ ਔਰ ਉਹਨਾਂ ਵਰਕਰਾਂ ਤੋਂ ਪਿੰਡਾਂ ਦੇ ਰਾਹਾਂ ਦੇ ਉੱਤੇ ਬੋਰਡ ਵੀ ਲਗਵਾਤੇ ਸੀ ਕਿ ਮੇਰਾ ਟੈਲੀਫੋਨ ਨੰਬਰ ਇਹ ਹੈ, ਮੈਂ ਕਹਿੰਦਾ ਕਿ ਮਿਸਟਰ ਮਜੀਠੀਆ ਸਮਗਲਰ ਹੈ। ਉਹ ਕਹਿੰਦੇ ਵੀ ਸਾਰੇ ਪੰਜਾਬ ਦਾ ਜਿਹੜਾ ਕਾਡਰ ਹੈ, ਜਦੋਂ ਤੁਸੀਂ ਉਹਨਾਂ ਨੂੰ ਲਿਆ ਕੇ ਤੁਸੀਂ ਇਮਤਿਹਾਨ ਦੇ ਵਿੱਚ ਪਾ ਦਿੱਤਾ ਤੇ ਆਖਰੀ ਘੜੀਆਂ ਤੇ ਤੁਸੀਂ ਆ ਕੇ ਮੁਆਫੀ ਮੰਗ ਲਈ ਕਿ ਮੈਥੋਂ ਤਰੀਕਾਂ ਨਹੀਂ ਭੁਗਤੀਆਂ ਜਾਂਦੀਆਂ ਤੇ ਗੱਲ ਬੜੀ ਮਾੜੀ ਹੈ। ਉਦੋਂ ਵੀ ਚਾਹੇ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ ਸਾਹਿਬ ਹੈ, ਇਹਨਾਂ ਨੇ ਕਿਹਾ ਸੀ ਜੀ ਸਟੇਟ ਦੀ ਪਾਰਟੀ ਨੂੰ ਖੁਦ ਮੁਖਤਿਆਰੀ ਚਾਹੀਦੀ ਹੈ। ਹੁਣ ਖੁਦ ਮੁਖਤਿਆਰੀ ਦੀ ਮੰਗ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ, ਤੇ ਇਹਦੇ ਤੇ ਸਵਾਲ ਇਹ ਪੈਦਾ ਹੁੰਦਾ ਕਿ ਕੀ ਕੇਂਦਰ ਦੇ ਵਿੱਚ ਕੱਲ੍ਹ ਕਲੋਤਰ ਨੂੰ ਜੇ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾਂਦੀ ਉਹ ਪੰਜਾਬ ਨੂੰ ਖੁਦ ਮੁਖਤਿਆਰੀ ਦੇਊਗੀ? ਜੀ। ਖੁਦ ਮੁਖਤਿਆਰੀ ਦਾ ਵਿਰੋਧ ਜਿਹੜੀਆਂ ਕੇਂਦਰੀ ਪਾਰਟੀਆਂ ਉਹ ਕਰਦੀਆਂ, ਨੈਸ਼ਨਲ ਲੈਵਲ ਦੀਆਂ ਪਾਰਟੀਆਂ ਕਰਦੀਆਂ, ਚਾਹੇ ਕਾਂਗਰਸ ਪਾਰਟੀ ਹੈ ਚਾਹੇ ਭਾਰਤੀ ਜਨਤਾ ਪਾਰਟੀ ਹੈ, ਜਦੋਂ ਆਪੋਜੀਸ਼ਨ ਹੁੰਦੀਆਂ ਜੋ ਮਰਜ਼ੀ ਹੈ ਕਹੀ ਜਾਣ, ਲੇਕਿਨ ਬਾਅਦ ਦੇ ਵਿੱਚ ਖੁਦ ਮੁਖਤਿਆਰੀ ਦਾ ਵਿਰੋਧ ਕਰਦੇ ਆ, ਰਾਜਾਂ ਨੂੰ ਵੱਧ ਅਧਿਕਾਰ ਦੇਣ ਨੂੰ ਇਹ ਤਿਆਰ ਹੀ ਨਹੀਂ। ਤੇ ਜੇ ਆਪਾਂ ਇਹ ਦੇਖੀਏ ਤਾਂ ਤੁਸੀਂ ਇਹ ਦੇਖੋ ਕਿ ਜਿਹੜੀ GST ਦਾ ਰੌਲਾ ਪਈ ਜਾਂਦਾ ਹੈ, ਅੱਜ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਇੱਕ ਜਿਹੜੀ ਹੈਗੀ ਖਬਰ ਲੱਗੀ ਅਖਬਾਰਾਂ ਦੇ ਵਿੱਚ ਕਿ ਉਹਨਾਂ ਨੇ ਨਿਰਮਲਾ ਸੀਤਾਰਮਨ ਨੂੰ ਇੱਕ ਚਿੱਠੀ ਲਿਖੀ ਹੈ ਕਿ GST ਨੂੰ ਤਰਕ ਸੰਗਤ ਕਰਨ ਦੀ ਲੋੜ ਹੈ। ਤੇ ਮੇਰੇ ਖਿਆਲ ਮੁਤਾਬਕ ਜੇ ਆਪਾਂ ਦੇਖੀਏ ਜਿਹੜੇ ਆਪੋਜੀਸ਼ਨ ਨਾਲ ਸੰਬੰਧਿਤ ਵਿੱਤ ਮੰਤਰੀ ਹੈ ਜਾਂ ਜਿਹੜੀਆਂ ਸਰਕਾਰਾਂ ਉਹ ਸਭ ਤੋਂ ਵੱਡੀਆਂ ਦੋਸ਼ੀ ਹੈ, ਕਿਉਂਕਿ ਜਿਸ ਵੇਲੇ GST ਦੀ ਗੱਲ ਚੱਲ ਰਹੀ ਸੀ ਉਸ ਵੇਲੇ ਸਭ ਤੋਂ ਜ਼ਿਆਦਾ ਖੁਸ਼ ਜੇ ਕੋਈ ਹੋ ਰਿਹਾ ਸੀ ਤਾਂ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਖੁਸ਼ ਹੋ ਰਹੇ ਸੀ ਕਿ ਜੀ GST ਲੱਗ ਗਈ ਤੇ ਹੁਣ GST ਦੇ ਨਾਲ ਸਾਰਾ ਟੈਕਸ ਸਿੱਖਾਂ ਦੇ ਉੱਤੇ ਇਕੱਠਾ ਹੋਣਾ ਤੇ ਸਾਨੂੰ ਗੱਫੇ ਮਿਲਣਗੇ। ਉਦੋਂ ਇਸ ਗੱਲ ਨੂੰ ਭੁੱਲ ਗਏ ਕਿ ਕੱਲ੍ਹ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਨਹੀਂ ਰਹਿਣੀ। ਜਦੋਂ ਇਹਦੀ ਸ਼ੁਰੂਆਤ ਹੋਈ ਹੈ GST ਲਾਗੂ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ, ਅਮਲ ਸ਼ੁਰੂ ਹੋਇਆ ਸੀ, ਉਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ, ਲੇਕਿਨ ਕਾਂਗਰਸ ਪਾਰਟੀ ਦੀ ਸਰਕਾਰ ਚਲੀ ਗਈ, BJP ਦੀ ਸਰਕਾਰ ਆ ਗਈ। ਹੁਣ ਟੈਕਸ BJP ਦੀ ਸਰਕਾਰ ਸਾਰਾ ਇਕੱਠਾ ਕਰ ਲੈਂਦੀ ਹੈ ਤੇ ਜਿਹੜਾ ਪੰਜਾਬ ਦਾ ਹਿੱਸਾ ਜਾਂ ਰਾਜਾਂ ਦਾ ਹਿੱਸਾ ਹੈ ਉਹ ਆਪਣੀ ਮਰਜ਼ੀ ਨਾਲ ਦਿੰਦੀ ਹੈ। ਜੇ ਤਾਂ ਆ ਗਈ ਤੁਹਾਡੀ ਉਹਨਾਂ ਦੀ ਆਪਦੀ ਸਰਕਾਰ ਆ ਗਈ ਕਿਸੇ ਸਟੇਟ ਦੇ ਵਿੱਚ, ਉੱਥੇ ਜ਼ਿਆਦਾ ਦੇ ਦਿੰਦੇ, ਪਹਿਲਾਂ ਦੇ ਦਿੰਦੇ, ਤੇ ਜਦੋਂ ਪੰਜਾਬ ਦੀ ਵਾਰੀ ਆਉਂਦੀ ਹੈ ਪੰਜਾਬ ਦੇ ਵਿੱਚ ਅਸੀਂ ਤਨਖਾਹਾਂ ਦੇਣ ਵਾਸਤੇ ਲਮਕੀ ਜਾਂਦੇ ਹਾਂ, ਸਾਡੀ ਹਾਲਤ ਬੁਰੀ ਹੁੰਦੀ ਹੈ ਤੇ ਪੰਜਾਬ ਨੂੰ ਉਹਨਾਂ ਦਾ ਬਣਦਾ ਹਿੱਸਾ ਨਹੀਂ ਦਿੰਦੇ। ਸੋ ਇਹ ਵੱਡੀ ਗੱਲ ਜਿਹੜੀ ਖੁਦ ਮੁਖਤਿਆਰੀ ਦੀ ਆ ਗਈ, ਇਹ ਫੈਡਰਲ ਢਾਂਚੇ ਦੀ ਗੱਲ ਵੀ ਆਉਂਦੀ ਹੈ ਤੇ ਸਟੇਟਾਂ ਨੂੰ ਵੱਧ ਅਧਿਕਾਰਾਂ ਨੂੰ ਦੇਣ ਦੀ ਗੱਲ ਵੀ ਆਉਂਦੀ ਹੈ। ਸਿੱਧੂ ਸਾਹਿਬ ਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣੀ ਜਿਹੜੀ ਹਾਈ ਕਮਾਂਡ ਤੋਂ ਇਹ ਪ੍ਰਵਾਨਗੀ ਲੈ ਲਈ ਜਾਂ ਉਹਨਾਂ ਦਾ ਇਰਾਦਾ ਕੋਈ ਹੋਰ ਹੈ ਕਿ ਉਹਨਾਂ ਨੇ ਕਾਂਗਰਸ ਪਾਰਟੀ 'ਚ ਨਹੀਂ ਰਹਿਣਾ ਜੀ, ਤੇ ਉਹਨਾਂ ਨੇ ਆਪਣਾ ਜਿਹੜਾ ਸਿਆਸੀ ਏਜੰਡਾ ਪਹਿਲਾਂ ਹੀ ਤੈਅ ਕਰ ਦਿੱਤਾ ਕਿ ਮੈਂ ਤਾਂ ਪੰਜਾਬ ਨੂੰ ਖੁਦ ਮੁਖਤਿਆਰੀ ਦੇ ਹੱਕ ਵਿੱਚ ਹਾਂ। ਮੇਰੇ ਖਿਆਲ ਮੁਤਾਬਕ ਮੈਨੂੰ ਕੁਛ ਅਜਿਹਾ ਪ੍ਰਤੀਤ ਹੁੰਦਾ ਹੈ। ਅਗਲੀ ਗੱਲ ਉਹਨਾਂ ਨੇ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲੇ ਦੇ ਵਿੱਚ ਜਿਹੜਾ ਧਰਨਾ ਲੱਗਣਾ ਹੈ ਉਹਦਾ ਵਿਰੋਧ ਕੀਤਾ ਹੈ। 28 ਤਾਰੀਖ ਤੋਂ ਲੈ ਕੇ 3 ਦਿਨਾਂ ਦੇ ਲਈ ਜਿਹੜੀ BKU ਉਗਰਾਹਾਂ ਹੈ, ਵੱਡੀ ਆਰਗੇਨਾਈਜੇਸ਼ਨ ਪੰਜਾਬ ਦੇ ਕਿਸਾਨਾਂ ਦੀ, ਔਰ ਉਹਨਾਂ ਨੇ ਉੱਥੇ ਇੱਕ ਪੰਜਾਬ ਦੇ ਮਸਲਿਆਂ ਨੂੰ ਲੈ ਕੇ, ਪੰਜਾਬ ਦੇ ਮੁੱਦਿਆਂ ਨੂੰ ਲੈ ਕੇ 3 ਦਿਨਾਂ ਦਾ ਧਰਨਾ ਲਾਉਣਾ ਹੈ। ਇਹ ਹੈਗਾ ਪੁੱਡਾ ਗਰਾਊਂਡ ਦੇ ਵਿੱਚ। ਅੱਛਾ। ਔਰ ਉਹ ਧਰਨੇ ਦੇ ਸੰਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਇੱਕ ਬੇਨਤੀ ਕੀਤੀ ਸੀਗੀ, ਅਪੀਲ ਕੀਤੀ ਸੀ ਕਿ ਤੁਸੀਂ ਇਹ ਧਰਨਾ ਨਾ ਲਾਓ, ਆਪਾਂ COVID-19 ਦੀ ਲੜਾਈ ਲੜ ਰਹੇ ਹਾਂ ਤੇ ਮੈਂ ਤਾਂ ਪਹਿਲਾਂ ਹੀ ਕਿਸਾਨੀ ਘੋਲ ਦੀ ਹਮਾਇਤ ਕਰ ਰਿਹਾ। ਪੰਜਾਬ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਦੇ ਨਾਲ ਖੜੀ ਹੈ, ਪਹਿਲਾਂ ਵੀ ਖੜੇ ਆ ਤੇ ਹੁਣ ਵੀ ਖੜੇ। ਕਿਰਪਾ ਕਰਕੇ ਤੁਸੀਂ ਇਹ ਨਾ ਕਰੋ, ਇਹਦੇ ਨਾਲ ਕਰੋਨਾ ਵਰਗੀ ਮਹਾਮਾਰੀ ਫੈਲਦੀ ਹੈ। ਲੇਕਿਨ ਉਹਨਾਂ ਦੀ ਜਿਹੜੀ ਅਪੀਲ ਆ ਉਸ ਅਪੀਲ ਨੂੰ ਬੜੀ ਨਿਮਰਤਾ ਦੇ ਨਾਲ ਜਿਹੜੀ ਹੈ BKU ਉਗਰਾਹਾਂ ਨੇ ਠੁਕਰਾ ਦਿੱਤਾ ਹੈ। ਉਹਨਾਂ ਨੇ ਕਿਹਾ ਜੀ ਨਹੀਂ, ਇਹ ਜਿਹੜੇ ਵਰਨਗੀ ਇਸ਼ੂ ਹੈ, ਅਸੀਂ ਵਰਨਗੀ ਇਸ਼ੂ ਲੈ ਕੇ ਆਪਦੀ ਗੱਲ ਕਰ ਰਹੇ ਹਾਂ ਤੇ ਅਸੀਂ ਜਿਹੜੀ ਕਰੋਨਾ ਪ੍ਰੋਟੋਕੋਲ ਹੈ ਉਹਦੀ ਉਲੰਘਣਾ ਨਹੀਂ ਕਰਾਂਗੇ, ਅਸੀਂ ਉਹਦੀ ਪਾਲਣਾ ਕਰਾਂਗੇ। ਅਸੀਂ ਤਾਂ ਤੁਹਾਥੋਂ ਹਿਸਾਬ ਕਿਤਾਬ ਲੈਣਾ ਹੈ ਕਿ ਇੰਨੇ ਲੰਬੇ ਸਮੇਂ ਦੇ ਵਿੱਚ ਪਿਛਲੇ ਸਾਲ ਤੋਂ ਜਿਹੜੀ ਕਰੋਨਾ ਮਹਾਮਾਰੀ ਸ਼ੁਰੂ ਹੋਈ ਹੈ, ਇੱਥੇ ਦੀਆਂ ਹੈਲਥ ਸਰਵਿਸਿਜ਼ ਦੀ ਹਾਲਤ ਕੀ ਹੈ, ਹੈਲਥ ਸਰਵਿਸਿਜ਼ ਦੇ ਵਿੱਚ ਕੋਈ ਸੁਧਾਰ ਹੋਇਆ ਕਿ ਨਹੀਂ ਹੋਇਆ। ਤੁਸੀਂ ਤਾਂ ਕਰੋਨਾ ਕਰਕੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹੋ ਤੇ ਅਸੀਂ ਇਹ ਜ਼ਿੰਮੇਵਾਰੀਆਂ ਯਾਦ ਕਰਾਉਣੀਆਂ ਤੁਹਾਨੂੰ ਤੇ ਉਹਦੇ ਤੇ ਪ੍ਰੈਸ਼ਰ ਬਿਲਡ ਕਰਨਾ। ਇਹ ਗੱਲ ਜਿਹੜੀ ਹੈਗੀ ਹੈ ਕਿਉਂਕਿ ਇੱਕ ਅੰਦੋਲਨ ਦੇ ਸੰਬੰਧ ਵਿੱਚ ਪਹਿਲਾਂ ਉਹਨਾਂ ਨੇ ਆਪਣਾ ਐਲਾਨ ਕਰਤਾ, ਮੁੱਖ ਮੰਤਰੀ ਨੇ ਕਹਿ ਦਿੱਤਾ ਤੇ ਨਵਜੋਤ ਸਿੰਘ ਸਿੱਧੂ ਨੇ ਇਹਨੂੰ ਇੱਕ ਏਜੰਡਾ ਬਣਾਇਆ ਜੀ ਮੁੱਖ ਮੰਤਰੀ ਦਾ ਵਿਰੋਧ ਕਰਦਾ ਹੈ। ਭਾਵੇਂ ਨਵਜੋਤ ਸਿੰਘ ਸਿੱਧੂ ਦੇ ਸਾਥੀ ਨੇ ਔਰ ਨਵਜੋਤ ਸਿੰਘ ਸਿੱਧੂ ਨੇ ਸਪਸ਼ਟ ਕੀਤਾ, ਦੂਜੇ ਜਿਹੜੇ ਲੀਡਰ ਆ ਉਹਨਾਂ ਨੂੰ ਇਹ ਕਿਹਾ ਕਿ ਮੈਂ ਕਾਂਗਰਸ ਪਾਰਟੀ 'ਚ ਹੀ ਰਹੂੰਗਾ, ਲੇਕਿਨ ਜਿਹੜੇ ਇਸ ਕਿਸਮ ਦੇ ਬਿਆਨ ਹੈ ਖੁਦ ਮੁਖਤਿਆਰੀ ਵਾਲੇ ਹੋਵੇ ਜਾਂ ਇਹਦਾ ਵਿਰੋਧ ਕਰਦੇ, ਇੱਥੋਂ ਇਹ ਲੱਗਦਾ ਕੁਛ ਕਿ ਅਜੇ ਉਹ ਕਲੀਅਰ ਨਹੀਂ ਹੈਗੇ, ਅਜੇ ਤੱਕ ਉਹਨਾਂ ਨੂੰ ਅਜੇ ਸਾਫ਼ ਨਹੀਂ ਕਿ ਉਹਨਾਂ ਨੇ ਕਾਂਗਰਸ 'ਚ ਹੀ ਰਹਿਣਾ ਜਾਂ ਉਹਨਾਂ ਨੇ ਕਾਂਗਰਸ ਤੋਂ ਬਾਹਰ ਜਾਣਾ। ਕਿਉਂਕਿ ਇਸ ਵੇਲੇ ਦੀ ਹਾਲਤ ਇਹ ਹੈ ਕਿ ਚੱਲਦੀ ਜੰਗ ਦੇ ਵਿੱਚ ਕਿ ਜੇ ਘੋੜਾ ਬਦਲਦਾ ਹੀ ਵੇ ਤਾਂ ਉਹ ਜੰਗ ਕਦੇ ਜਿੱਤੀ ਨਹੀਂ ਜਾ ਸਕਦੀ।
ਹੁਣ ਜਦੋਂ ਆ ਕੇ ਇਹਨਾਂ ਨੇ ਰੌਲਾ ਪਾਇਆ, ਪਹਿਲਾਂ ਇਹ ਬੋਲੇ ਨਹੀਂ ਗੇ, ਉਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣਾ ਹਾਈ ਕਮਾਂਡ ਦੇ ਵੱਸ ਦਾ ਰੋਗ ਨਹੀਂ, ਉਹ ਨੁਕਸਾਨ ਜ਼ਿਆਦਾ ਹੋ ਜਾਣਾ। ਔਰ ਇਹਦੇ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਕਾਂਗਰਸ ਹਾਈ ਕਮਾਂਡ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਹਟਾਉਂਦੀ ਜਾਂ ਅਗਲੀ ਵਾਰੀ ਲੜਾਈ ਫਿਰ ਉਹਨਾਂ ਦੀ ਅਗਵਾਈ ਦੇ ਵਿੱਚ ਲੜੀ ਜਾਂਦੀ ਹੈ, ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਉਦੋਂ ਕੀ ਸਟੈਂਡ ਹੋਊਗਾ, ਉਹਨਾਂ ਦੇ ਸਾਥੀਆਂ ਦਾ ਸਟੈਂਡ ਕੀ ਹੋਊਗਾ। ਜਿੱਥੋਂ ਤੱਕ ਸੁਖਜਿੰਦਰ ਸਿੰਘ ਰੰਧਾਵਾ ਹੈ, ਉਹ ਬਿਲਕੁਲ ਸਪਸ਼ਟ ਹੈ ਕਿ ਬਿਲਕੁਲ ਕਲੀਅਰ ਹੈ। ਉਹਨਾਂ ਨੇ ਐਲਾਨ ਕੀਤਾ ਹੋਇਆ ਕਿ ਪਿਛਲੇ 100 ਸਾਲ ਤੋਂ ਸਾਡੀ ਫੈਮਿਲੀ ਦੀ ਜਿਹੜੀ ਤੀਜੀ ਪੀੜ੍ਹੀ ਹੈ ਉਹ ਕਾਂਗਰਸ ਪਾਰਟੀ ਦੇ ਨਾਲ ਜੁੜੀ ਆ ਰਹੀ ਹੈ। ਪਹਿਲਾਂ ਮੇਰੇ ਦਾਦਾ ਜੀ ਕਾਂਗਰਸ ਪਾਰਟੀ ਦੇ 1921 ਦੇ ਵਿੱਚ ਮੈਂਬਰ ਬਣੇ ਸੀ, ਔਰ ਫਿਰ ਕਹਿੰਦਾ ਵੀ ਮੇਰੇ ਪਿਤਾ ਜੀ ਕਾਂਗਰਸ ਪਾਰਟੀ ਦੇ ਮੈਂਬਰ ਬਣੇ। ਉਹਨਾਂ ਦੇ ਪਿਤਾ ਜੀ ਤਾਂ ਸਰਦਾਰ ਸੰਤੋਖ ਸਿੰਘ ਰੰਧਾਵਾ ਪੰਜਾਬ ਦੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹੇ ਹੈ, ਉਹ ਮਿਨਿਸਟਰ ਵੀ ਰਹੇ ਹੈ, ਕਈ ਚੀਫ ਮਿਨਿਸਟਰਾਂ ਦੇ ਨਾਲ ਰਹੇ ਦੇ, ਔਰ ਹੁਣ ਉਹ ਆਪ ਵੀ ਮਿਨਿਸਟਰ ਹੈ। ਉਹਨੇ ਕਿਹਾ ਕਿ ਮੇਰਾ ਤਾਂ ਮਤਲਬ ਹੀ ਨਹੀਂ ਹੈ ਕਿ ਮੈਂ ਛੱਡ ਦੇਵਾਂ। ਲੇਕਿਨ ਜਿਹੜੀ ਹੈਗੀ ਹੈ ਸਿੱਧੂ ਸਾਹਿਬ ਬਾਰੇ ਹਾਲੇ ਤੱਕ ਜਿਹੜੀ ਹੈ ਗੈਰ ਯਕੀਨੀ ਵਾਲੀ ਸਥਿਤੀ ਬਣੀ ਹੋਈ ਹੈ। ਲੇਕਿਨ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਨਹੀਂ ਇਹ ਪਤਾ ਲੱਗਦਾ ਕਿ ਉਹ ਇੱਥੇ ਰਹਿਣਗੇ ਜਾਂ ਉਹ ਛੱਡਣਗੇ, ਕਿਉਂਕਿ ਖੁਦ ਮੁਖਤਿਆਰੀ ਵਾਲੀ ਗੱਲ ਹੈ। ਜਿਹੜੀਆਂ ਕੌਮੀ ਪੱਧਰ ਦੀਆਂ ਪਾਰਟੀਆਂ ਇਹ ਕੇਂਦਰੀਕਰਨ ਦੇ ਹੱਕ ਵਿੱਚ ਹੈ, ਚਾਹੇ ਕਾਂਗਰਸ ਹੈ ਚਾਹੇ ਭਾਰਤੀ ਜਨਤਾ ਪਾਰਟੀ, ਖੁਦ ਮੁਖਤਿਆਰੀ ਰਾਜਾਂ ਨੂੰ ਨਹੀਂ ਦਿੰਦੇ। ਭਾਰਤੀ ਜਨਤਾ ਪਾਰਟੀ ਨੇ ਤਾਂ ਜਿਹੜੀ ਥੋੜ੍ਹੀ ਬਹੁਤੀ ਖੁਦ ਮੁਖਤਿਆਰੀ ਮਿਲੀ ਹੋਈ ਸੀਗੀ ਜੰਮੂ ਕਸ਼ਮੀਰ ਨੂੰ, ਧਾਰਾ 370 ਤੋੜ ਕੇ ਉਹਨਾਂ ਨੇ ਉਹ ਵਾਪਸ ਲੈ ਲਈ ਹੈ। ਸੋ ਇਹੀ ਹਾਲਤ ਕਾਂਗਰਸ ਦੀ ਹੈ ਜੀ ਬਿਲਕੁਲ। ਸੋ ਹੁਣ ਅਗਲੀ ਖਬਰ ਜੀ, ਦਿੱਲੀ ਪੁਲਿਸ ਨਾਲ ਜੁੜੀ ਹੋਈ ਟੂਲ ਕਿੱਟ ਮਾਮਲੇ ਨੂੰ ਲੈ ਕੇ ਸੋ ਉਹਨਾਂ ਵੱਲੋਂ ਕੁਝ ਕਾਰਵਾਈਆਂ ਕੀਤੇ ਗਈਆਂ ਨੇ, ਨੋਟਿਸ ਕੱਢੇ ਗਏ ਨੇ। ਸੋ ਕਿਹਨਾਂ ਨੂੰ ਨੋਟਿਸ ਨਿਕਲੇ ਨੇ, ਕੀ ਹੈ ਜੀ ਮਾਮਲਾ? ਦੇਖੋ, ਗੱਲ ਇੱਕ ਇਹ ਹੈ ਕਿ ਸੰਬਤ ਪਾਤਰਾ ਜਿਹੜੇ ਬੀਜੇਪੀ ਦੀ ਕੌਮੀ ਪਾਰਟੀ ਹੈ ਜਿਹੜੀ, ਉਹਦੇ ਸਪੋਕਸ ਪਰਸਨ ਹੈ ਜੀ, ਤੇ ਜੇ ਕਹਿ ਦਈਏ ਆਪਾਂ ਵੀ ਚੀਫ ਸਪੋਕਸ ਪਰਸਨ ਉਹੀ ਹੈ ਤਾਂ ਉਹੀ ਹੈ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਇਲਜ਼ਾਮ ਲਾਇਆ ਸੀ, ਇੱਕ ਕੋਈ ਜਿਹੜਾ ਹੈਗਾ ਵਟਸਐਪ ਦੇ ਉੱਤੇ ਜਾਂ ਟਵਿੱਟਰ ਦੇ ਉੱਤੇ ਕੋਈ ਚੱਲ ਰਹੀ ਸੀਗੀ ਕੁਛ ਕਿੰਤੂ ਪਰੰਤੂ ਕੀਤਾ ਹੋਇਆ ਸੀ ਪ੍ਰਾਈਮ ਮਿਨਿਸਟਰ ਨੂੰ ਲੈ ਕੇ, ਔਰ ਕਰੋਨਾ ਮਹਾਮਾਰੀ ਦੇ ਨਾਲ ਨਿਪਟਣ ਨੂੰ ਲੈ ਕੇ ਕਿੰਤੂ ਪਰੰਤੂ ਕੀਤਾ ਸੀ। ਪਰ ਉਹ ਕਿੰਤੂ ਪਰੰਤੂ ਜੇ ਆਪਾਂ ਕਹਿ ਦਈਏ ਤਾਂ ਕਿੰਤੂ ਪਰੰਤੂ ਜਨਤਕ ਤੌਰ 'ਤੇ ਰਾਹੁਲ ਗਾਂਧੀ ਕਰ ਰਿਹਾ। ਰਾਹੁਲ ਗਾਂਧੀ ਇਹ ਗੱਲ ਕਹਿ ਰਿਹਾ, ਜਿਹੜਾ ਕਾਂਗਰਸ ਪਾਰਟੀ ਦਾ ਸਾਬਕਾ ਪ੍ਰੈਜ਼ੀਡੈਂਟ ਹੈ, ਇਸ ਵੇਲੇ ਵੀ ਉਹ ਸਰਵ ਹੈ ਕਿ ਪ੍ਰਾਈਮ ਮਿਨਿਸਟਰ ਕਰੋਨਾ ਵਾਲੀ ਜਿਹੜੀ ਮਹਾਮਾਰੀ ਹੈ ਇਹਦੇ ਨਾਲ ਠੀਕ ਤਰੀਕੇ ਨਾਲ ਨਿਪਟਣ ਦੇ ਵਿੱਚ ਸਫਲ ਨਹੀਂ ਹੋਏ, ਅਸਫਲ ਹੋਏ ਹੈ। ਇਹਦੇ 'ਚ ਮਤਲਬ ਜਿਹੜੀ ਹੈਗੀ ਉਹਨਾਂ ਨੇ ਵਾਇਰਸ ਦੀ ਗੱਲ ਵੀ ਕੀਤੀ ਹੈ ਵੀ ਹੁਣ ਤਾਂ ਵਾਇਰਸ ਦਾ ਨਾਮ ਵੀ ਕਿਤੇ ਭਾਰਤੀ ਵਾਇਰਸ ਹੀ ਰੱਖਿਆ ਗਿਆ ਵਗੈਰਾ ਵਗੈਰਾ। ਹਾਲਾਂਕਿ ਆਪਾਂ ਨੂੰ ਇਸ ਗੱਲ ਦਾ ਪਤਾ ਹੈ, ਇਹ ਰਾਹੁਲ ਗਾਂਧੀ ਕਹਿੰਦਾ ਹੈ, ਆਪਾਂ ਨੂੰ ਇਹ ਪਤਾ ਹੈ ਕਿ ਜਿਹੜਾ ਵੇਰੀਐਂਟ ਇੱਥੇ ਇਸ ਵੇਲੇ ਆਇਆ ਹੋਇਆ ਹੈ ਕਰੋਨਾ ਦਾ, ਉਹ ਵੇਰੀਐਂਟ ਉਹ ਹੈ ਜਿਹੜਾ ਇੰਗਲੈਂਡ ਵਾਲਾ ਹੈ ਜੀ, ਬਰਤਾਨੀਆ ਵਾਲਾ, ਉਹ ਇੱਥੋਂ ਦਾ ਨਹੀਂ ਹੈਗਾ। ਪਰ ਉਹਨਾਂ ਨੇ ਇਹ ਵੀ ਗੱਲ ਕੀਤੀ ਟੂਲ ਕਿੱਟ ਦੇ ਵਿੱਚ ਵੀ ਕੁਛ ਇਹੋ ਜਿਹਾ ਕੁਛ ਹੈ। ਉਹਨੇ ਕਹਿ ਦਿਆ ਟੂਲ ਕਿੱਟ ਹੈ, ਔਰ ਉਹਦੇ 'ਤੇ ਉਹਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਬਾਅਦ ਦੇ ਵਿੱਚ ਕਾਂਗਰਸ ਪਾਰਟੀ ਨੇ ਉਹਦੇ ਨਾਲੋਂ ਆਪਣਾ ਨਾਤਾ ਤੋੜ ਲਿਆ। ਉਹ ਕਹਿੰਦੇ ਜੀ ਸਾਡਾ ਟੂਲ ਕਿੱਟ ਨਹੀਂ ਹੈ, ਅਸੀਂ ਕੋਈ ਟੂਲ ਕਿੱਟ ਨਹੀਂ ਬਣਾਇਆ, ਸਾਨੂੰ ਟੂਲ ਕਿੱਟ ਬਣਾਉਣ ਦੀ ਕੀ ਲੋੜ ਹੈ। ਇਹ ਤੋਂ ਪਹਿਲਾਂ ਤੁਹਾਡੇ ਯਾਦ ਹੋਣਾ ਇੱਕ ਕੁੜੀ ਹੈ ਵਾਤਾਵਰਨ ਪ੍ਰੇਮੀ ਦਿਸ਼ਾ ਰਵੀ ਨੇ ਜਦੋਂ ਕਿਸਾਨਾਂ ਦੀ ਹਮਾਇਤ ਕਰਤੀ ਸੀ ਤੇ ਨਾਲ ਉਹਦੀ ਹਮਾਇਤ ਨੂੰ ਇੰਡੋਰਸ ਕਰ ਦਿੱਤਾ ਸੀਗਾ ਗ੍ਰੇਟਾ ਥਨਬਰਗ ਨੇ, ਉਦੋਂ ਉਹਨਾਂ ਦੇ ਖਿਲਾਫ ਵੀ ਇੱਕ ਕੇਸ ਰਜਿਸਟਰ ਹੋਇਆ ਸੀ ਔਰ ਉਹਦੇ 'ਤੇ ਵੀ ਬੜਾ ਜਿਹੜਾ ਹੋ ਹੱਲਾ ਹੋਇਆ ਸੀ। ਹੁਣ ਇਹਦੀ ਜੋ ਕਾਂਗਰਸ ਪਾਰਟੀ ਨੇ ਕਹਿਤਾ ਵੀ ਸਾਡੀ ਇਹ ਗੱਲ ਨਹੀਂ, ਉਹਨੇ ਕੰਪਲੇਂਟ ਭੇਜਤੀ ਅਤੇ ਟਵਿੱਟਰ ਨੇ ਹੁਣ ਉਹਦੇ ਉੱਤੇ ਜਿਹੜੀ ਹੈਗੀ ਹੈ ਪਹਿਲਾਂ ਆਲਟ ਨਿਊਜ਼ ਵਾਲਿਆਂ ਨੇ ਪਹਿਲਾਂ ਪੜਤਾਲ ਕੀਤੀ। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਇਲਜ਼ਾਮ ਲਾਇਆ ਸੰਬਤ ਪਾਤਰਾ ਨੇ ਗਲਤ ਹੈ, ਇਸ ਇਲਜ਼ਾਮ ਦੇ ਵਿੱਚ ਕੋਈ ਹੈ ਨਹੀਂ, ਇਹ ਟਵਿੱਟਰ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਨਹੀਂ। ਫਿਰ ਟਵਿੱਟਰ ਵਾਲਿਆਂ ਨੇ ਵੀ ਇਹ ਗੱਲ ਕਹਿ ਦਿੱਤੀ ਹੈ, ਉਹਨਾਂ ਨੇ ਕਹਿ ਦਿੱਤਾ ਕਿ ਮੈਨੂਪੂਲੇਟਡ, ਇਹ ਮੈਨੂਪੂਲੇਟਡ ਟਵਿੱਟਰ ਹੈ। ਜਿਹੜਾ ਜੋ ਕੁਛ ਉਹਨੇ ਕਿਹਾ ਸੰਬਤ ਪਾਤਰਾ ਨੇ ਆਪਣੇ ਟਵੀਟ ਦੇ ਉੱਤੇ, ਜੋ ਉਹਨੇ ਟਵਿੱਟਰ ਦੇ ਉੱਤੇ ਜੋ ਟਵੀਟ ਕੀਤਾ, ਉਹਦੇ ਨਾਲ ਉਹਨਾਂ ਨੇ ਟੈਗ ਕਰਤਾ ਮੈਨੂਪੂਲੇਟਡ, ਕਿ ਇਹ ਤਾਂ ਮਤਲਬ ਜਿਹੜਾ ਹੈਗਾ ਤੋੜ ਫੋੜ ਕੀਤੀ ਗਈ ਹੈ ਇਹਦੇ 'ਚ। ਫਿਰ ਉਹਦੇ 'ਚ ਤੁਸੀਂ ਦੇਖੋ ਕਿ ਕਾਫੀ ਸਾਰੇ ਜਿਹੜੇ ਹੈਗੇ ਆ ਬੀਜੇਪੀ ਦੇ ਲੀਡਰਾਂ ਨੇ ਉਹਨੂੰ ਉਸ ਟਵੀਟ ਨੂੰ ਰੀਟਵੀਟ ਕਰ ਦਿੱਤਾ। ਉਹਦੇ 'ਤੇ ਵੀ ਕਾਂਗਰਸ ਪਾਰਟੀ ਨੇ ਮੰਗ ਕਰ ਲਈ ਕਿ ਜਿਹੜੇ 11-12 ਵਜ਼ੀਰ ਹੈਗੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ, ਇਹਨਾਂ ਨਾਲ ਵੀ ਟੈਗ ਕੀਤਾ ਜਾਵੇ। ਇਹ ਮੈਨੂਪੂਲੇਟਡ ਆ ਜਿਹੜਾ ਉਹਨਾਂ ਨੇ ਟਵੀਟ ਕੀਤਾ, ਉਹ ਵੀ ਡਿਮਾਂਡ ਕਰ ਲਈ। ਔਰ ਨਾਲ ਹੀ ਜਿਹੜੀ ਹੈਗੀ ਹੈ ਛੱਤੀਸਗੜ੍ਹ ਦੇ ਵਿੱਚ ਵੀ ਉਹਨਾਂ ਨੇ ਕੰਪਲੇਂਟ ਦਰਜ ਕੀਤੀ ਹੋਈ ਹੈ। ਜਿਹੜੇ ਦੋ ਬੰਦਿਆਂ ਨੇ ਕੀਤਾ ਹੋਇਆ ਉਹਨਾਂ ਦੇ ਵਿੱਚੋਂ ਇੱਕ ਨੇ ਛੱਤੀਸਗੜ੍ਹ ਦੇ ਕੋਲੇ ਕੰਪਲੇਂਟ ਕੀਤੀ ਹੋਈ ਹੈ, ਔਰ ਉਹਦਾ ਨਾਮ ਮੇਰਾ ਖਿਆਲ ਹੈ ਮਿਸਟਰ ਸਤੀਸ਼ ਕੁਛ ਇਹੋ ਜਿਹਾ ਨਾਂ ਹੈਗਾ ਉਹਨਾਂ ਦਾ ਜੀ, ਰਾਜੀਵ ਗੌੜ ਹੈਗੇ, ਅਤੇ ਦੂਸਰੇ ਜਿਹੜੇ ਹੈਗੇ ਹੈ ਇੱਕ ਉਹਨਾਂ ਦੇ ਨਾਲ ਹੋਰ 7 ਸੱਜਣ ਹੈਗੇ, ਉਹਨਾਂ ਦਾ ਨਾਂ ਹੈਗਾ ਜੀ ਅਰੋਹਨ ਗੁਪਤਾ। ਇਹਨਾਂ ਦੋਨਾਂ ਦੇ ਨਾਂ ਦੇ ਉੱਤੇ ਹੁਣ ਉਹਨਾਂ ਨੇ ਮਤਲਬ ਜਿਹੜਾ ਹੈਗਾ ਨੋਟਿਸ ਕੱਢ ਦਿੱਤਾ ਦਿੱਲੀ ਪੁਲਿਸ ਨੇ ਕਿ ਆਓ ਜੀ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਜੁਆਇਨ ਕਰੋ, ਜਾਂਚ ਕਰੋ, ਅਸੀਂ ਪੜਤਾਲ ਕਰ ਰਹੇ ਹਾਂ। ਇਹ ਕਹਿੰਦੇ ਵੀ ਤੁਹਾਡੇ ਖਿਲਾਫ ਜਿਹੜੀ ਹੈਗੀ ਹੈ ਕੰਪਲੇਂਟ ਸਾਡੇ ਕੋਲ ਆਈ ਹੈ। ਰਾਜੀਵ ਹੋਣਾ ਨੇ ਕਹਿਤਾ, ਰਾਜੀਵ ਗੌੜ ਹੋਣਾ ਨੇ ਕਿਹਾ, ਕਹਿੰਦੇ ਵੀ ਮੈਂ ਛੱਤੀਸਗੜ੍ਹ ਦੀ ਆਪਣੀ ਪੁਲਿਸ ਹੈ ਉਹਨਾਂ ਕੋਲ ਮੈਂ ਕੰਪਲੇਂਟ ਕੀਤੀ ਹੈ,
ਮੈਂ ਉੱਥੇ ਜਾ ਕੇ ਆਪਣੀ ਗੱਲ ਕਹੂੰਗਾ। ਤੇ ਇਹਦੇ ਨਾਲ ਹੀ ਇੱਕ ਬੜੀ ਅਜੀਬ ਗੱਲ ਹੋਈ ਹੈ ਕਿ ਜਿਹੜਾ ਟਵਿੱਟਰ ਦਾ ਦਿੱਲੀ ਵਿਚਲਾ ਦਫ਼ਤਰ ਹੈ, ਅੱਛਾ, ਕੱਲ ਉੱਥੇ ਵੀ ਪੁਲਿਸ ਪਾਰਟੀ ਪਹੁੰਚ ਗਈ, ਦਿੱਲੀ ਪੁਲਿਸ ਦੀ, ਤੇ ਨਾਲ ਇੱਕ ਮੀਡੀਆ ਦੀ ਟੀਮ ਵੀ ਲੈ ਕੇ ਗਏ, ਗੋਦੀ ਮੀਡੀਆ ਵਾਲਿਆਂ ਨੂੰ ਜੀ। ਪਰ ਕਿਉਂਕਿ ਹੁਣ ਜਿਹੜੀ ਆਪਾਂ ਨੂੰ ਪਤਾ ਵੀ ਉਹਨਾਂ ਦੀ ਇੱਕ ਪਾਲਿਸੀ ਹੈ, ਜਿਹੜੀ ਉਹਨਾਂ ਨੇ ਦਿਸ਼ਾ ਨਿਰਦੇਸ਼ ਦਿੱਤੇ ਹੋਏ ਟਵਿੱਟਰ ਵਾਲਿਆਂ ਨੇ, ਵਰਕ ਫਰਮ ਹੋਮ। ਉਹਨਾਂ ਦੇ ਕਰਮਚਾਰੀ ਤਾਂ ਘਰਾਂ ਤੋਂ ਕੰਮ ਕਰਦੇ ਹੈ, ਉਹ ਆਫਿਸ ਦੇ ਵਿੱਚ ਉਹਨਾਂ ਦਾ ਕੋਈ ਬੰਦਾ ਮਿਲਿਆ ਨਹੀਂ, ਉੱਥੇ ਵੀ ਉਹ ਨੋਟਿਸ ਦੇ ਕੇ ਆਏ ਹੈ। ਸੋ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਪਹਿਲਾਂ ਕੂੜ ਪ੍ਰਚਾਰ ਕਰੋ, ਜੇ ਕੂੜ ਪ੍ਰਚਾਰ ਨੂੰ ਟਵਿੱਟਰ ਵਾਲੇ ਕਹਿੰਦੇ ਜੀ ਇਹ ਕੂੜ ਪ੍ਰਚਾਰ ਹੈ, ਉਹਨਾਂ ਨੂੰ ਵੀ ਨੋਟਿਸ ਦੇ ਦਿਓ। ਜਿਹੜੇ ਲੋਕ ਸ਼ਿਕਾਇਤ ਕਰਦੇ ਕਿ ਜੀ ਇਹ ਕੂੜ ਪ੍ਰਚਾਰ ਕਰਨ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਕਰੋ, ਉਹਨਾਂ ਨੂੰ ਵੀ ਨੋਟਿਸ ਦੇ ਦਿਓ। ਜਿਵੇਂ ਕਿ ਆਪਾਂ ਪਹਿਲਾਂ ਕਹਿ ਕੇ ਗੱਲ ਕੀਤੀ ਹੈ CBI ਦੇ ਚੀਫ ਵਾਲੀ ਗੱਲ, ਕਿ ਦੁਰਵਰਤੋਂ ਹੈ ਜਿਹੜੀ ਸਰਕਾਰੀ ਮਸ਼ੀਨਰੀ ਦੀ, ਉਹ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਜੀ। ਜੀ, ਸੋ ਹੁਣ ਅਗਲੀ ਖਬਰ ਦੀ ਆਪਾਂ ਗੱਲ ਕਰੀਏ ਤਾਂ ਜੀ ਮੇਹੁਲ ਚੌਕਸੀ, ਸੋ ਐਂਟੀਗੋ ਤੋਂ ਕਹਿੰਦੇ ਲਾਪਤਾ ਹੋ ਗਿਆ ਜੀ। ਇਹ ਮੇਹੁਲ ਚੌਕਸੀ ਜਿਹੜੇ ਹੈਗੇ ਆ ਜੀ, ਉਹ ਸਾਡੇ ਦੇਸ਼ ਦੇ ਇੱਕ ਬੜੇ ਵੱਡੇ ਹੀਰਾ ਵਪਾਰੀ ਹੋਇਆ ਕਰਦੇ ਸੀ ਜੀ। ਔਰ ਇਹ ਹੀਰਾ ਵਪਾਰੀ ਜਿਹੜੇ ਹੈਗੇ ਹੈ 13,500 ਕਰੋੜ ਰੁਪਈਆ ਜੀ ਲੈ ਕੇ ਤੁਹਾਡਾ ਇਹਦਾ ਪੰਜਾਬ ਨੈਸ਼ਨਲ ਬੈਂਕ ਦਾ ਇਸ ਦੇਸ਼ ਦੇ ਵਿੱਚੋਂ ਫਰਾਰ ਹੋ ਗਏ, ਫਰਾਡ ਕਰ ਗਏ ਸੀ। ਇਹ ਇਕੱਲਾ ਨਹੀਂ ਹੋਇਆ ਕਿ ਇਹਦਾ ਭਾਣਜਾ ਹੈ ਜਿਹਦਾ ਨਾਂ ਨੀਰਵ ਮੋਦੀ ਹੈ, ਉਹ ਵੀ ਫਰਾਰ ਹੋ ਗਿਆ ਸੀ। ਉਹਨੂੰ ਵੀ ਬੜੀ ਮੋਟੀ ਜਿਹੜੀ ਹੈਗੀ ਹੈ ਠੱਗੀ ਮਾਰੀ ਹੈ, ਚੂਨਾ ਲਾਇਆ ਸਾਡੇ ਬੈਂਕਿੰਗ ਸੈਕਟਰ ਜੀ। ਇਹ ਦੋਨੇ ਬੰਦੇ ਬਾਹਰ ਚਲੇ ਗਏ। ਇੱਕ ਤਾਂ ਮੇਰੇ ਖਿਆਲ ਨੀਰਵ ਮੋਦੀ ਤਾਂ ਇਸ ਵੇਲੇ ਬੰਦ ਕੀਤਾ ਹੋਇਆ, ਔਰ ਉਹਦੀ ਜਿਹੜੀ ਹੈਗੀ ਹੈ ਭਾਰਤ ਨੂੰ ਵਾਪਸੀ ਵਾਲੀ ਕਾਰਵਾਈ ਚੱਲਦੀ ਹੈ, ਅਤੇ ਇਹ ਐਂਟੀਗੂਆ ਚਲਾ ਗਿਆ ਸੀ। ਐਂਟੀਗੂਆ ਦੇ ਨਾਲ ਇੱਕ ਹੋਰ ਵੀ ਕੈਰੇਬੀਅਨ ਦੇਸ਼ ਜਿਹੜਾ ਹੈਗਾ, ਉੱਥੇ ਵੀ ਇਹਦੇ 2 ਥਾਵਾਂ ਦੇ ਉੱਤੇ ਟਿਕਾਣੇ ਬਣੇ ਹੋਏ ਸੀਗੇ। ਔਰ ਪਿਛਲੇ ਦਿਨੀ ਇਹਦੀ ਇਹ ਖਬਰ ਆਈ ਹੈ ਕਿ ਇਹ ਕਿਸੇ ਰੈਸਟੋਰੈਂਟ ਦੇ ਉੱਤੇ, ਬੜਾ ਨਾਮਵਰ ਰੈਸਟੋਰੈਂਟ ਹੈ, ਉੱਥੇ ਖਾਣਾ ਖਾਣ ਵਾਸਤੇ ਗਏ, ਔਰ ਉਹ ਤੋਂ ਬਾਅਦ ਇਹਦਾ ਪਤਾ ਨਹੀਂ ਲੱਗਾ ਕਿ ਕਿਹੜੇ ਪਾਸੇ ਨੂੰ ਚਲਾ ਗਿਆ ਜੀ। ਇੱਕਦਮ ਉਹ ਲਾਪਤਾ ਹੈ, ਉਹ ਦੇਸ਼ ਛੱਡ ਗਿਆ ਆਪਣੀ ਮਰਜ਼ੀ ਨਾਲ, ਕਿਉਂਕਿ ਉਹਨੂੰ ਇਹ ਡਰ ਸਤਾ ਰਿਹਾ ਕਿ ਉਹਦੀ ਵੀ ਭਾਰਤ ਨੂੰ ਵਾਪਸੀ ਹੋ ਸਕਦੀ ਹੈ। ਇਸ ਡਰ ਦਾ ਮਾਰਿਆ ਉਹ ਦੇਸ਼ ਛੱਡ ਕੇ ਕਿਤੇ ਹੋਰ ਚਲਾ ਗਿਆ, ਬਚਣ ਦਾ ਮਾਰਿਆ, ਜਾਂ ਉਹਨੂੰ ਕਿਸੇ ਹੋਰ ਧਿਰ ਨੇ ਕੋਈ ਕਿਡਨੈਪ ਵਗੈਰਾ ਕਰ ਲਿਆ, ਕੀ ਇਹਦਾ ਨਹੀਂ ਪਤਾ ਲੱਗ ਰਿਹਾ। ਲੇਕਿਨ ਜਿਹੜੀਆਂ ਤਰਦੀਆਂ ਖਬਰਾਂ ਆਉਂਦੀਆਂ, ਜਿਹੜੀਆਂ ਹਵਾਈ ਖਬਰਾਂ ਆ ਰਹੀਆਂ, ਹਵਾਈ ਖਬਰਾਂ ਇਹ ਗੱਲ ਦੱਸਦੀਆਂ ਕਿ ਸ਼ਾਇਦ ਉਹ ਬੰਦਾ ਐਂਟੀਗੂਆ ਛੱਡ ਕੇ ਤੇ ਕਿਊਬਾ ਦੇ ਵਿੱਚ ਚਲਾ ਗਿਆ। ਅੱਛਾ ਜੀ। ਕਿਊਬਾ ਦੇ ਵਿੱਚ ਉਹ ਕਹਿੰਦੇ ਆਪਣੇ ਆਪ ਨੂੰ ਸ਼ਾਇਦ ਥੋੜ੍ਹਾ ਜਿਹਾ ਸੇਫ ਸਮਝਦਾ ਹੋਵੇ। ਪਰਿਵਾਰ ਉਹਦਾ ਕਾਫੀ ਚਿੰਤਿਤ ਹੈ, ਅਤੇ ਉਹਦੇ ਵਕੀਲ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਜਿਹੜੀ ਐਂਟੀਗੂਆ ਦੀ ਪੁਲਿਸ ਹੈ, ਉਹਨਾਂ ਨੇ ਉਹ ਗੱਡੀ ਬਰਾਮਦ ਕਰ ਲਈ ਹੈ, ਜਿਹੜੀ ਗੱਡੀ ਦੇ ਵਿੱਚੋਂ ਗਿਆ ਸੀ। ਉਹ ਗੱਡੀ ਵੀ ਲਾਵਾਰਸ ਖੜੀ ਸੀ। ਹੁਣ ਜੇ ਆਪਾਂ ਦੇਖੀਏ, ਜਿਹੜਾ ਮੇਹੁਲ ਚੌਕਸੀ ਹੈ, ਮੇਹੁਲ ਚੌਕਸੀ ਕੋਈ ਮਾੜੀ ਮੋਟੀ ਗੱਲ ਨਹੀਂ, ਬਿਲਕੁਲ ਜੀ। ਜੇ 13,500 ਕਰੋੜ ਰੁਪਏ ਦਾ ਉਹਨੇ ਚੂਨਾ ਲਾਇਆ, ਤਾਂ ਇਹ ਚੂਨਾ ਐਵੇਂ ਨਹੀਂ ਲੱਗਦਾ ਜਿੰਨੀ ਦੇਰ ਤੱਕ ਕੋਈ ਸਿਆਸੀ ਸਰਪ੍ਰਸਤੀ ਨਾ ਹੋਵੇ, ਸਿਆਸੀ ਜਾਣ ਪਛਾਣ ਨਾ ਹੋਵੇ ਜੀ। ਮੇਰੇ ਹਰਪ੍ਰੀਤ ਯਾਦ ਹੈ ਕਿ ਇੱਕ ਵਾਰੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੀ ਰਿਹਾਇਸ਼ ਦੇ ਉੱਤੇ ਜਿਹੜੇ ਵੱਡੇ ਵਪਾਰੀਆਂ ਦੀ, ਵੱਡੇ ਕਾਰੋਬਾਰੀਆਂ ਦੀ, ਗੁਜਰਾਤ ਦੇ ਕਾਰੋਬਾਰੀਆਂ ਦੀ ਇੱਕ ਮੀਟਿੰਗ ਬੁਲਾਈ ਸੀ। ਜ਼ਿਆਦਾਤਰ ਉਹਦੇ ਵਿੱਚ ਹੀਰੇ ਦੇ ਕਾਰੋਬਾਰੀ ਸੀ ਜੀ। ਉਸ ਮੀਟਿੰਗ ਦੇ ਵਿੱਚ ਬਹੁਤ ਉੱਚੇ ਨਾਮਵਰ ਲੋਕ ਜਿਹੜੇ ਹੈਗੇ ਵਪਾਰੀ ਉਹ ਆਏ ਹੋਏ ਸੀਗੇ, ਅਤੇ ਮੇਹੁਲ ਚੌਕਸੀ ਵੀ ਆਏ ਹੋਏ ਸੀ। ਅਤੇ ਪ੍ਰਧਾਨ ਮੰਤਰੀ ਸਾਹਿਬ ਨੇ ਬੋਲਦਿਆਂ ਜਦੋਂ ਐਡਰੈਸ ਕਰ ਰਹੇ ਸੀ, ਉਹ ਆਪਣੀ ਉਹ ਗੱਲ ਕਹਿ ਰਹੇ ਸੀ, ਉਹਨਾਂ ਨੇ ਕਿਹਾ ਸੀ, ਹਾਂ यहाँ पर मेहुल भाई भी है। अच्छा, मेहुल भाई भी जहाँ पे है। ਹੁਣ ਜੇ ਕਿਸੇ ਪ੍ਰਾਈਮ ਮਿਨਿਸਟਰ ਕਿਸੇ ਬੰਦੇ ਦਾ ਨਾਂ ਲੈਂਦਾ, ਆਮ ਆਪਣੇ ਸਥਿਤੀ ਇਹ ਹੁੰਦੀ ਹੈ ਕਿ ਜੇ ਆਪਾਂ ਤੁਰੇ ਜਾਂਦੇ ਹੋ, ਸਾਹਮਣੇ ਆਪਾਂ ਨੂੰ ਕੋਈ ਥਾਣੇਦਾਰ ਮਿਲ ਜੇ, ਤੇ ਜੇ ਆਪਾਂ 4 ਬੰਦੇ ਜਾਂਦੇ ਤੇ ਸਤਿ ਸ੍ਰੀ ਅਕਾਲ ਬੁਲਾ ਦਈਏ ਥਾਣੇਦਾਰ ਨੂੰ, 4 ਬੰਦੇ, ਤੇ ਉਹ ਥਾਣੇਦਾਰ ਕਹਿ ਦੇਵੇ ਹਾਂ ਹਰਪ੍ਰੀਤ ਤੇਰਾ ਕੀ ਹਾਲ ਹੈ, ਹੋਰ ਹਰਪ੍ਰੀਤ ਠੀਕ ਠਾਕ ਹੈ, ਤੇ ਦੂਜਿਆਂ ਦੇ ਪ੍ਰਭਾਵ ਜਾਂਦਾ ਵੀ ਇਹਦੇ ਨਾਲ ਥਾਣੇਦਾਰ ਦੀ ਬਣਦੀ ਬਹੁਤ ਹੈ। ਔਰ ਮੇਰੇ ਖਿਆਲ ਮੁਤਾਬਕ ਜਿਹੜੀਆਂ ਬੈਂਕਾਂ ਬੁੰਕਾਂ ਹੁੰਦੀਆਂ, ਉਹਨਾਂ ਨੂੰ ਇੰਨਾ ਇਸ਼ਾਰਾ ਕਾਫੀ ਹੁੰਦਾ ਕਿ ਬੰਦਾ ਭਾਈ ਸਾਡਾ ਹੈ। ਸੋ ਗੁਜਰਾਤ ਨਾਲ ਸੰਬੰਧਿਤ ਹੈ, 13,500 ਕਰੋੜ ਰੁਪਏ ਦਾ ਭਾਈ ਚੂਨਾ ਲਾਇਆ ਵਾ। ਹੁਣ ਉਹ ਬੰਦਾ ਉੱਥੇ ਫਸਿਆ ਵਾ, ਕਿਉਂਕਿ ਭਾਰਤ ਦੇ ਵਿੱਚ ਰੌਲਾ ਰੱਪਾ ਕਾਫੀ ਪਿਆ ਸੀ, ਆਪੋਜੀਸ਼ਨ ਨੇ ਵੀ ਰੌਲਾ ਪਿਆ ਸੀ ਕਿ ਜਿੰਨੇ ਬੰਦੇ ਬਾਹਰ ਨੂੰ ਗਏ ਆ ਚੂਨਾ ਲਾ ਕੇ, ਚਾਹੇ ਮੇਹੁਲ ਚੌਕਸੀ ਹੈ, ਚਾਹੇ ਨੀਰਵ ਮੋਦੀ ਹੈ, ਚਾਹੇ ਲਲਿਤ ਮੋਦੀ ਹੈ ਜਿਹੜਾ ਉਹ ਕ੍ਰਿਕਟ ਵਾਲਾ ਸੀ, ਇਹ ਸਾਰੇ ਦੇ ਸਾਰੇ ਬੰਦੇ, ਇਹਨਾਂ ਦਾ ਕਨੈਕਸ਼ਨ ਗੁਜਰਾਤ ਹੈਗਾ। ਅਤੇ ਜੇ ਆਪਾਂ ਮੌਜ ਮੇਲੇ ਦੀ ਗੱਲ ਕਰੀਏ ਵੀ ਜਿਨ੍ਹਾਂ ਨੂੰ ਪੈਸੇ ਧੇਲੇ ਦੀ ਵਿੱਚ ਪੂਰੀ ਦੀ ਪੂਰੀ ਜਿਹੜੀ ਆ ਸਪੋਰਟ, ਪੈਸਾ ਕਮਾਉਣ ਦੀ ਮੌਕੇ ਦਿੱਤੇ ਜਾਂਦੇ, ਜਿਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ, ਉਹਨਾਂ ਦੇ ਵਿੱਚ ਅਦਾਨੀ ਵੀ ਤਾਂ ਜਿਹੜੇ ਹੈਗੇ ਹੈ ਗੁਜਰਾਤ ਦੇ, ਔਰ ਅੰਬਾਨੀ ਵੀ ਗੁਜਰਾਤ ਦੇ, ਸਾਰਾ ਕੁਛ ਗੁਜਰਾਤ ਨਾਲ ਹੀ ਜੁੜਦਾ ਹੈ। ਅਤੇ ਜਦੋਂ ਤੁਸੀਂ ਥੋੜ੍ਹਾ ਜਿਹਾ ਇਸ਼ਾਰਾ ਕਰਦੇ ਹੋ ਤਾਂ ਫਿਰ ਇਹ ਹੁਣ ਨਹੀਂ ਇਹ ਪਤਾ ਕਿ ਉਹ ਗਾਇਬ ਹੋਇਆ ਜਾਂ ਉਹ ਪਕੌੜਾ ਹੋਇਆ, ਪਰ ਚਰਚਾ ਉਹਦੀ ਜ਼ਰੂਰ ਹੈ। ਜੀ 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 ਸਰ। ਸੋ ਬਹੁਤ ਬਹੁਤ ਸ਼ੁਕਰੀਆ ਬਖਤੌਰ ਜੀ ਤੁਹਾਡਾ, ਤੁਸੀਂ ਖਬਰਾਂ ਦੇ ਉੱਤੇ ਚਾਤ ਪਾਈ ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ। ਜੀ
ਸੋ ਇਹ ਸਨ ਬਖਤੌਰ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਖਬਰਾਂ ਦੇ ਉੱਤੇ ਗੱਲਬਾਤ ਕੀਤੀ ਹੈ। ਅਤੇ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਅਸੀਂ ਹੁਣ ਇੱਥੇ ਸਮਾਪਤ ਕਰਾਂਗੇ ਅਤੇ ਲਵਾਂਗੇ ਇੱਕ ਬ੍ਰੇਕ। ਅਤੇ ਬ੍ਰੇਕ ਤੋਂ ਬਾਅਦ ਅਸੀਂ ਜੁੜਾਂਗੇ ਜੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਜੀ ਨਾਲ, ਜਿਹੜੇ ਸਾਡੇ ਨਾਲ ਗੱਲਬਾਤ ਕਰਨਗੇ। ਅੱਜ ਜੋ ਕਿਸਾਨਾਂ ਵੱਲੋਂ ਰੋਸ ਦਿਵਸ ਮਨਾਉਣ ਦੀ ਇੱਕ ਕਾਲ ਦਿੱਤੀ ਗਈ ਸੀ ਕਿ ਅੱਜ ਕਾਲੀਆਂ ਝੰਡੀਆਂ ਲਾਈਆਂ ਜਾਣ ਅਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਜਾਵੇ। ਸੋ ਉਹ ਕਿਵੇਂ ਦਾ ਉਹ ਸਾਰਾ ਜਿਹੜਾ ਹੈ ਪ੍ਰਦਰਸ਼ਨ ਰਿਹਾ ਹੈ, ਰੋਸ ਦਿਵਸ ਅੱਜ ਦਾ ਕਿਵੇਂ ਰਿਹਾ ਹੈ, ਇਸ ਮੁੱਦੇ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਦੇ ਨਾਲ। ਫਿਲਹਾਲ ਜੀ ਅਸੀਂ ਰੁਕਾਂਗੇ ਇੱਕ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸ਼ਮਾਦਾਨ